Hello everyone, welcome to Man Ma'am Classes. I am your teacher Pooja Man here. I hope you all are doing good, fit and fine. हंसते खेलते मुस्कुराते तुसी क्लास अटेंड कर रहे होगे. So we are doing ICSE Board English Reader Class 5 book is Vibrant English Reader 5. Lesson number 5, Fagin and the Artful Dodger. ਚੈਪਟਰ ਆਪਾਂ ਪੜ੍ਹ ਚੁੱਕੇ ਹਾਂ. ਆਪਾਂ ਇਹਦੀ ਰਨਿੰਗ ਕੰਪਰੀਹੈਂਸ਼ਨ ਕੰਪਲੀਟ ਕਰ ਚੁੱਕੇ ਹਾਂ. ਇਹਦੀ ਆਪਾਂ ਵਰਡ ਮੀਨਿੰਗ ਵੀ ਕੰਪਲੀਟ ਕਰ ਚੁੱਕੇ ਹਾਂ. ਇਸ ਕਲਾਸ 'ਚ ਆਪਾਂ ਇਸ ਚੈਪਟਰ ਦੀ ਬੈਕ ਐਕਸਰਸਾਈਜ਼ ਨੂੰ ਕੰਪਲੀਟ ਕਰਾਂਗੇ. ਸੋ ਆਪਾਂ ਸ਼ੁਰੂ ਕਰਦੇ ਹਾਂ ਬੈਕ ਐਕਸਰਸਾਈਜ਼ ਆਫ ਦਿਸ ਚੈਪਟਰ. ਫਰਸਟ ਹੈ ਸਾਡੇ ਕੋਲ ਕੰਪਰੀਹੈਂਸ਼ਨ. ਆਨਸਰ ਦ ਫੋਲੋਇੰਗ ਕੁਐਸਚਨਸ. ਸਾਡੇ ਕੋਲ 6 ਕੁਐਸਚਨ ਸੀਗੇ ਆ. वन बाय वन ਆਪਾਂ ਇਹਨਾਂ ਦੇ ਆਨਸਰ ਲੱਭਦੇ ਹਾਂ. ਫਰਸਟ ਕੁਐਸਚਨ ਹੈ, ਇਨ ਯੋਰ ਓਨ ਵਰਡਸ ਬਰੀਫਲੀ ਡਿਸਕ੍ਰਾਈਬ ਓਲੀਵਰਸ ਫਰਸਟ ਮੀਟਿੰਗ ਵਿਦ ਫਾਕਿਨ. ਆਪਣੇ ਸ਼ਬਦਾਂ ਵਿੱਚ ਤੁਸੀਂ ਓਲੀਵਰ ਦੀ ਜੋ ਫਾਕਿਨ ਨਾਲ ਫਰਸਟ ਮੀਟਿੰਗ ਹੋਈ ਸੀ, ਮਤਲਬ ਜਦੋਂ ਪਹਿਲੀ ਵਾਰ ਓਲੀਵਰ ਤੇ ਫਾਕਿਨ ਆਪਸ ਵਿੱਚ ਮਿਲੇ ਸੀ, ਉਹਨੂੰ ਲਿਖਣਾ ਹੈ, ਡਿਸਕ੍ਰਾਈਬ ਕਰਨਾ ਹੈ. ਕਿੱਦਾਂ ਮਿਲੇ ਸੀਗੇ? ਓਲੀਵਰ ਨੂੰ ਡੌਜਰ ਲੈ ਕੇ ਆਇਆ ਸੀ ਫਾਕਿਨ ਦੇ ਕੋਲ, ਤੇ ਫਾਕਿਨ ਨੂੰ ਕਿੱਥੇ ਮਿਲਿਆ ਸੀਗਾ? ਇੱਕ ਹਨੇਰੇ ਤੇ ਗੰਦੇ ਜਿਹੇ ਕਮਰੇ ਵਿੱਚ. ਫਾਕਿਨ ਨੇ ਉਹਨੂੰ ਵੈਲਕਮ ਕੀਤਾ ਸੀਗਾ, ਬੜੀ ਦਿਆਲਤਾ ਨਾਲ ਉਹਨੇ ਉਹਦੇ ਵੱਲ ਦੇਖਿਆ ਸੀ, ਮੁਸਕਰਾਇਆ ਸੀ, ਆਪਣਾ ਸਿਰ ਹਿਲਾਇਆ ਸੀ, ਫਿਰ ਆਪਣੇ ਹੱਥ ਉਹਦੇ ਨਾਲ ਮਿਲਾਏ ਤੇ ਉਹਨੂੰ ਫਿਰ ਕੀ ਕਿਹਾ ਸੀਗਾ? ਆਪਾਂ ਉਮੀਦ ਕਰਦੇ ਹਾਂ ਕਿ ਆਪਾਂ ਅੱਛੇ ਦੋਸਤ ਬਣਾਂਗੇ, ਹੈਨਾ. ਸੋ ਆਪਾਂ ਇਹੀ ਲਿਖ ਦਾਂਗੇ, ਓਲੀਵਰ ਮੈਟ ਫਾਕਿਨ ਇਨ ਅ ਡਾਰਕ and dirty room. Fagin welcomed him kindly, shook his hand and said that he hoped they would be good friends. What did Fagin do in the room when he thought the Oliver was asleep? ਜਦੋਂ ਫਾਗਿਨ ਨੇ ਇਹ ਸੋਚਿਆ ਕਿ ਓਲੀਵਰ ਸੋ ਰਿਹਾ ਹੈ, ਉਦੋਂ ਫਾਗਿਨ ਕੀ ਕਰ ਰਿਹਾ ਸੀਗਾ? ਕੀ ਕਰ ਰਿਹਾ ਸੀ ਉਦੋਂ ਫਾਗਿਨ ਨੇ ਆਪਣਾ ਸੀਕ੍ਰੇਟ ਦਰਵਾਜ਼ਾ ਖੋਲ ਕੇ, ਸੀਕ੍ਰੇਟ ਬਾਕਸ ਕੱਢ ਕੇ ਉਹਦੇ ਚ ਜਿੰਨੇ ਵੀ ਉਹਦੀ ਜੁਐਲਰੀ ਸੀ ਉਹਨੂੰ ਉਹ ਦੇਖ ਰਿਹਾ ਸੀ. ਉਹਨੇ ਉਹ ਡੱਬਾ ਖੋਲਿਆ ਸੀ. ਉਹਨੇ ਸੋਚਿਆ ਕਿ ਓਲੀਵਰ ਸੁੱਤਾ ਹੈ ਤੇ ਉਦ ਤੱਕ ਮੈਂ ਆਪਣਾ ਡੱਬਾ ਖੋਲ ਕੇ ਦੇਖ ਲਵਾਂ, ਹੈ ਨਾ. ਇਹੀ ਹੋਇਆ ਸੀ ਨਾ. ਆਪਾਂ ਕੀ ਲਿਖਾਂਗੇ ਇੱਥੇ? Fagin opened a secret box and looked at the gold watches, rings and other jewelry. Next, what kind of game did Fagin, the Dodger and Charlie play after breakfast? ਜਦੋਂ ਓਲਿਵ ਨੇ ਆਪਣਾ ਬ੍ਰੇਕਫਾਸਟ ਕਰ ਲਿਆ ਸੀਗਾ, ਉਦੋਂ ਫਾਗਿਨ, ਡੌਜਰ ਤੇ ਜੋ ਚਾਰਲੀ ਬੇਟ ਸੀ, ਉਹ ਕਿਹੜੀ ਗੇਮ ਖੇਡ ਰਹੇ ਸੀਗੇ? ਉਹ ਕੀ ਖੇਡ ਰਹੇ ਸੀਗੇ? ਉਹ ਕੀ ਕਰ ਰਹੇ ਸੀ ਕਿ ਜਿੱਦਾਂ ਉਹ ਫਾਗਿਨ ਨੇ ਉਹ ਬਜ਼ੁਰਗ ਆਦਮੀ ਬਣ ਰਿਹਾ ਸੀ, ਛੜੀ ਫੜ ਕੇ ਚੱਲ ਰਿਹਾ ਸੀ ਤੇ ਇਦਾਂ ਦੇਖ ਰਿਹਾ ਸੀਗਾ ਜਿੱਦਾਂ ਕਿ ਉਹ ਸ਼ਾਪਸ ਦੀ ਵਿੰਡੋ 'ਚ ਦੇਖ ਰਿਹਾ ਹੋਵੇ. ਦੇਖੋ ਆਪਣੀ ਡੋਰ ਤੇ ਵਿੰਡੋ ਨੂੰ ਰਿਹਾ ਸੀਗਾ. ਤੇ ਜਿਹੜੇ ਮੁੰਡੇ ਸੀ ਉਹ ਕੀ ਕਰ ਰਹੇ ਸੀਗੇ? ਉਹ ਸੀਕ੍ਰੇਟਲੀ ਜਾ ਕੇ ਉਹਦੀ ਜੇਬ ਦੇ ਵਿੱਚੋਂ ਸਮਾਨ ਕੱਢਣ ਦੀ ਕੋਸ਼ਿਸ਼ ਕਰ ਰਹੇ ਸੀਗੇ. ਸੋ ਆਪਾਂ ਲਿਖਾਂਗੇ ਕਿ they played, they ਕੌਣ ਥੇ? Fagin, Dodger and Charlie played a game in which the boys secretly took things from Fagin's pocket without him noticing. ਕਿ ਉਹ ਪਿਕ ਪॉकेटिंग ਦੀ ਪ੍ਰੈਕਟਿਸ ਕਰ ਰਹੇ ਸੀ, ਕਿ ਉਹ ਬਜ਼ੁਰਗ ਨੂੰ ਬਿਨਾਂ ਪਤਾ ਲੱਗੇ ਉਹਦੀ ਪਾਕਟ ਦੇ ਵਿੱਚੋਂ ਸਮਾਨ ਚੋਰੀ ਕਰ ਰਹੇ ਸੀ. ਇਸ ਨੂੰ ਤੁਸੀਂ ਲੰਬਾ ਸਾਰਾ ਵੀ ਲਿਖ ਸਕਦੇ ਹੋ ਕਿ ਜਿਹੜਾ ਫਾਕਿਨ ਹੈ ਉਹ ਇੱਕ ਰੋਲ ਪਲੇ ਕਰ ਰਿਹਾ ਸੀ ਇੱਕ ਬਜ਼ੁਰਗ ਦਾ, ਫਿਰ ਤੇ ਇਹ ਜਾ ਕੇ ਉਹਦੀ ਪਾਕਟ ਚੋਂ ਕੱਢ ਰਹੀ ਸੀ. ਮੈਂ ਇੱਥੇ ਬੜਾ ਛੋਟਾ ਜਿਹਾ ਕਰਕੇ ਲਿਖਿਆ ਹੋਇਆ. Fourth question है, why do you think Jack Dawkins is called Artful Dodger? कि Jack Dawkins ਨੂੰ Artful Dodger ਕਿਉਂ ਕਿਹਾ ਜਾਂਦਾ ਸੀ? ਤੁਸੀਂ ਕੀ ਸੋਚਦੇ ਹੋ ਇਹਦੇ ਬਾਰੇ? Artful ਕੀ ਹੁੰਦਾ ਹੈ? ਕਿ ਜਿਹੜਾ ਬੜਾ ਚਲਾਕ ਜਿਹਾ ਹੁੰਦਾ ਹੈ. Dodger ਜੋ ਚੀਜ਼ਾਂ ਚੋਰੀਆਂ ਕਰਦਾ ਹੈ ਬਿਨਾਂ ਫੜੇ, ਕਿ ਕਿਸੇ ਨੂੰ ਪਤਾ ਹੀ ਨਾ ਲੱਗੇ ਤਾਂ ਆਪਣਾ ਕੰਮ ਕਰ ਜੇ, ਇਸ ਕਰਕੇ ਉਹਨੂੰ Artful Dodger ਕਿਹਾ ਜਾਂਦਾ ਹੈ. ਤਾਂ ਆਪਾਂ ਕੀ ਲਿਖਾਂਗੇ? He is called the Artful Dodger because he is very clever and good at stealing things without getting caught. ਬਿਨਾਂ ਫੜੇ ਉਹ ਚੀਜ਼ਾਂ ਚੋਰੀ ਕਰਨ ਦਾ ਮਾਹਿਰ ਸੀਗਾ, ਇਸ ਕਰਕੇ ਉਹਨੂੰ ਆਰਟਫੁਲ ਡੌਜਰ ਕਿਹਾ ਜਾਂਦਾ ਸੀ. What did Fagin tell Oliver to do when he was asked to join in the game? ਜਦੋਂ ਓਲੀਵਰ ਨੂੰ ਗੇਮ 'ਚ ਜੁਆਇਨ ਹੋਣ ਲਈ ਕਿਹਾ ਗਿਆ ਤੇ ਉਦੋਂ ਫਾਗਿਨ ਨੇ ਉਹਨੂੰ ਕਿਹੜਾ ਕੰਮ ਦਿੱਤਾ ਸੀਗਾ? ਉਹਨੂੰ ਕਿਹਾ ਸੀਗਾ ਕਿ ਮੇਰੀ ਪਾਕਟ ਦੇ ਵਿੱਚੋਂ ਜਿਹੜਾ ਰੁਮਾਲ ਹੈ ਤੂੰ ਇਹ ਚੱਕਣਾ ਹੈ, ਉਸ ਤੋਂ ਬਾਅਦ ਹੋਰ ਚੀਜ਼ਾਂ ਵੀ ਹੌਲੀ ਹੌਲੀ ਮੈਨੂੰ ਬਿਨਾਂ ਪਤਾ ਲੱਗੇ ਕੱਢਣੀਆਂ ਨੇ. So Fagin asked Oliver to take a handkerchief and other things from his pockets quietly or without knowing him. What happened when Oliver went out with Charlie and Dodger? ਕੀ ਹੋਇਆ ਜਦੋਂ ਓਲੀਵਰ ਚਾਰਲੀ ਤੇ ਡੌਜਰ ਨਾਲ ਬਾਹਰ ਗਿਆ ਸੀ? ਕੀ ਹੋਇਆ ਸੀ? ਉਹਨੇ ਦੇਖਿਆ ਕਿ ਇਹ ਤੇ ਲੋਕਾਂ ਦੀ ਪਾਕਟ ਮਾਰ ਰਹੇ ਆ ਔਰ ਉਹਨਾਂ ਨੇ ਇੱਕ ਜੋ ਬਜ਼ੁਰਗ ਆਦਮੀ ਉਹਦੀ ਪਾਕਟ ਚੋਂ ਸਮਾਨ ਚੋਰੀ ਕਰ ਲਿਆ. ਉਹ ਡਰ ਗਿਆ, ਉਹ ਭੱਜਣ ਲੱਗਿਆ. ਜਿਹੜਾ ਬਜ਼ੁਰਗ ਆਦਮੀ ਹੈ ਉਹਨੇ ਉਹਨੂੰ ਦੇਖ ਲਿਆ, ਉਹਨੇ ਸੋਚਿਆ ਕਿ ਓਲੀਵਰ ਹੀ ਚੋਰ ਹੈ. ਤੋਂ ਲੋਕਾਂ ਨੇ ਕੀ ਕੀਤਾ? ਉਹਨੂੰ ਚੇਸ ਕੀਤਾ ਤੇ ਉਹਨੂੰ ਫੜ ਲਿਆ. ਸੋ ਆਪਾਂ ਲਿਖਾਂਗੇ, Oliver saw the Dodger steal from an old man. He got scared and ran away. The old man thought Oliver was the thief, so people chased and caught him. Next part is ਸਾਡੇ ਕੋਲ creative writing. Sadly we see street children in every Indian city. ਅਸੀਂ ਇਹ ਬੜੀ ਮਤਲਬ ਦੁੱਖ ਵਾਲੀ ਗੱਲ ਹੈ ਕਿ ਅਸੀਂ ਸਾਰੇ ਦੇਸ਼ ਦੇ ਵਿੱਚ ਜੋ ਸ਼ਹਿਰ ਹੈਗੇ ਆ, ਭਾਰਤੀ ਸ਼ਹਿਰ ਹੈ, ਉਹਦੇ ਵਿੱਚ ਗਲੀ ਦੇ ਵਿੱਚ ਬੱਚੇ ਦੇਖਦੇ ਆ
While we are proud of the many developments taking place in the India, we are also ashamed to see some terrible senses। मतलब ਅਸੀਂ ਦੇਖਦੇ ਹਾਂ ਕਿ ਜੋ ਇੰਡੀਆ ਹੈ ਬਹੁਤ ਤਰੱਕੀ ਕਰ ਰਿਹਾ ਹੈ। ਤੁਸੀਂ ਦੇਖੋ ਕਿ ਆਪਾਂ ਸੋਲਰ ਪੈਨਲ ਲਗਾਏ ਲਾਈਟ ਵਾਸਤੇ, ਸਾਡੀਆਂ ਸੜਕਾਂ ਬਹੁਤ ਵਧੀਆ, ਬੱਸਾਂ, ਟ੍ਰੈਫਿਕ ਦਾ ਸਿਸਟਮ ਬਹੁਤ ਵਧੀਆ, ਖੇਤੀ ਹੋ ਰਹੀ, ਉਹ ਵੀ ਟੈਕਨੋਲੋਜੀ ਨਾਲ ਹੋ ਰਹੀ ਹੈ। ਇੰਨਾ ਕੁਝ ਸਾਡਾ ਜਿਹੜਾ ਇੰਡੀਆ ਤਰੱਕੀ ਕਰ ਰਿਹਾ ਹੈ, ਪਰ ਉੱਥੇ ਹੀ ਸਾਨੂੰ ਇਹ ਗੱਲ ਦੀ ਬੜੀ ਉਦਾਸੀ ਹੁੰਦੀ ਹੈ ਕਿ ਕਈ ਸੀਨ ਇਦਾਂ ਦੇ ਆ ਜੋ ਭਾਰਤੀ ਸ਼ਹਿਰ ਹੈ ਉਹਦੇ ਵਿੱਚੋਂ ਗਲੀ ਦੇ ਬੱਚੇ ਉਹ ਕਿੰਨੀ ਬੁਰੀ ਕੰਡੀਸ਼ਨ 'ਚ ਰਹਿ ਰਹੇ, ਕਿੰਨੀ ਟੈਰੀਬਲ ਸੈਂਸਿਸ, ਮਤਲਬ ਛੋਟੇ ਛੋਟੇ ਬੱਚਿਆਂ ਨੂੰ ਕੰਮ ਕਰਨਾ ਪੈ ਰਿਹਾ। देयर आर चिल्ड्रन लिविंग and working in terrible conditions, begging on the street and suffering from malnutrition because they do not get enough food। ਕਿ ਕਈ ਬੱਚੇ ਆ ਤੁਸੀਂ ਦੇਸ਼ 'ਚ ਦੇਖੋ ਕਿੰਨੀ ਟੈਰੀਬਲ ਕੰਡੀਸ਼ਨ 'ਚ ਰਹੇ, ਕਿੰਨਾ ਗੰਦ ਆਲੇ ਦੁਆਲੇ ਉੱਥੇ ਬੱਚੇ ਰਹਿ ਰਹੇ ਆ। ਕਿਤੇ ਮੰਮੀ ਉਹਨਾਂ ਦੀ ਖੇਤਾਂ 'ਚ ਕੰਮ ਕਰ ਰਹੀ ਹੈ, ਉੱਥੇ ਦੇਖੋ ਉਹ ਵਿਚਾਰਾ ਬੱਚਾ ਖੇਤਾਂ ਵਿੱਚ ਸੜੇ ਹੋਏ ਕ੍ਰੌਪ ਸੇ ਉਹਦੇ ਵਿੱਚ ਬੈਠਾ ਹੋਇਆ ਹੈ। ਲੋਕ ਛੋਟੇ ਛੋਟੇ ਬੱਚੇ ਜਿਹੜੇ ਆ ਉਹ ਕੰਮ ਕਰ ਰਹੇ ਆ, ਚਾਈਲਡ ਲੇਬਰ ਹੋ ਰਹੀ ਹੈ, ਖਾਣਾ ਇਹਨਾਂ ਨੂੰ ਮਿਲ ਨਹੀਂ ਰਿਹਾ, ਮਾਲ ਨਿਊਟ੍ਰੀਸ਼ਨ ਹੋਇਆ ਪਿਆ ਕਿ ਬੱਚੇ ਉਮਰ 'ਚ ਵੱਡੇ ਹੁੰਦੇ ਪਰ ਦੇਖਣ 'ਚ ਬਹੁਤ ਪਤਲੇ ਪਤਲੇ ਛੋਟੇ। ਕਿਤੇ ਕਿਤੇ ਦੇਖੋ ਪਾਣੀ ਨਹੀਂ ਮਿਲ ਰਿਹਾ, ਇਹ ਸਾਰੀ ਲਾਈਨ ਪਾਣੀ ਦੀ ਲੱਗੀ, ਇੱਕੋ ਟੂਟੀ ਲੱਗੀ ਹੈ, ਪੂਰਾ ਦਾ ਪੂਰੇ ਜਿਹੜੀ ਮੁਹੱਲਾ ਹੈ ਉਹ ਇਹੋ ਜਿਹੇ ਭਾਂਡਿਆਂ 'ਚ ਪਾਣੀ ਇਕੱਠਾ ਕਰਕੇ ਲੈ ਕੇ ਜਾ ਰਿਹਾ। ਆਪਾਂ ਇੱਕ ਤਰफ देखते हैं कि इंडिया बहुत तरक्की कर रहा है, दूसरी साइड देखो तो कितनी बुरी कंडीशन च ਜਿਹੜੇ ਬੱਚੇ ਰਹਿ ਰਹੇ ਆ। Could you and your friends in your own little way do to make a difference? ਕਿ ਤੁਸੀਂ ਤੇ ਤੁਹਾਡੇ ਦੋਸਤ ਆਪਣੇ ਤਰੀਕੇ ਨਾਲ ਕੋਈ ਇਦਾਂ ਦਾ ਕੰਮ ਕਰ ਸਕਦੇ ਹੋ ਕਿ ਇਸ ਚੀਜ਼ 'ਚ ਕੋਈ ਚੇਂਜ ਲੈ ਕੇ ਆਵੇ? ਹੈ ਕੋਈ ਇਦਾਂ ਦਾ ਕੰਮ ਕਿ ਤੁਸੀਂ ਕਰ ਸਕੋ ਜਾਂ ਕੋਈ ਕੋਸ਼ਿਸ਼ ਕਰ ਸਕੋ ਛੋਟੀ ਜੀ? Draw up a plan for this and try to do something that will bring a little cheer into the lives of a few of these children। ਤੁਸੀਂ ਕੁਝ ਇਦਾਂ ਦਾ ਕੋਈ ਯੋਜਨਾ ਬਣਾਓ, ਕੋਈ ਪਲੈਨਿੰਗ ਕਰੋ ਆਪਸ 'ਚ ਮਿਲ ਕੇ ਕਿ ਅਸੀਂ ਕੁਝ ਇਦਾਂ ਦਾ ਕਰੀਏ ਕਿ ਇਹ ਜਿਹੜੇ ਬੱਚੇ ਆ ਜੋ ਚਾਈਲਡ ਲੇਬਰ ਕਰ ਰਹੇ ਆ, ਮਾਲ ਨਿਊਟ੍ਰੀਸ਼ਨ ਹੈ, ਜੋ ਸਕੂਲ ਨਹੀਂ ਜਾ ਪਾ ਰਹੇ, ਤੁਸੀਂ ਉਹਨਾਂ ਦੀ ਕੁਝ ਮਦਦ ਕਰ ਸਕੋ। ਕੁਝ ਕਿਤਾਬਾਂ ਲੈ ਕੇ ਜਾਓ, ਕੁਝ ਖਾਣਾ ਲੈ ਕੇ ਜਾਓ, ਜੋ ਤੁਹਾਨੂੰ ABC ਆਂਦੀ ਉਹਨੂੰ ABC ਸਿਖਾਉਣ ਦੀ ਕੋਸ਼ਿਸ਼ ਕਰੋ। ਮਤਲਬ ਤੁਸੀਂ ਕੁਝ ਮਦਦ ਕਰੋ, ਆਪਸ 'ਚ ਮਿਲ ਕੇ ਪਲਾਨ ਕਰੋ ਤੇ ਇਹਦੇ ਬਾਰੇ ਲਿਖੋ। ਇਹੋ ਜਿਹਾ ਇੱਕ ਪਲਾਨ ਬਣਾਉਣਾ ਹੈ ਕਿ ਮੈਂ ਇਹ ਕੰਮ ਕਰਾਂਗਾ। ਡਰਾ ਅਪ ਪਲਾਨ ਮਤਲਬ ਕਿ ਡਰਾਇੰਗ ਨਹੀਂ ਬਣਾਉਣੀ ਹੈ, ਇਟਸ ਕਿ ਤੁਸੀਂ ਆਪਣੇ ਪੇਪਰ 'ਚ अपना प्लान कि तुसी की करना चाहते हो दुनिया बदलने ਲਈ ਉਹ ਲਿਖਣਾ ਹੈ। थर्ड एक्टिविटीज with your teachers permission and help you and your classmate could hold a mock parliament session in class where you can discuss serious problem like child labor, malnutrition, lack of education and so on। parliament ਕੀ ਹੁੰਦੀ ਪਹਿਲੇ ਇਹ ਦੱਸੋ ਮੈਨੂੰ। parliament ਕੇ ਜਿੱਥੇ ਆਪਣੇ MP ਹੈ, ਪ੍ਰਧਾਨ ਮੰਤਰੀ ਹੈ, ਜੇ ਮੰਤਰੀ ਹੈ, ਉਹ ਬੈਠਦੇ ਆ ਤੇ ਹੁੰਦਾ ਕੀ ਉੱਥੇ ਆ ਸਾਰੇ ਬੈਠੇ ਹੋਏ, ਇਹ ਸਾਰੇ ਉਹ ਲੋਕੀ ਹੈ ਜਿਨ੍ਹਾਂ ਨੂੰ ਆਪਾਂ ਨੇ ਚੁਣ ਕੇ ਭੇਜਿਆ। ਮਤਲਬ ਤੁਸੀਂ ਨਹੀਂ, ਤੁਹਾਡੇ ਮੰਮੀ ਪਾਪਾ ਨੇ ਵੋਟ ਪਾਈ ਤੇ ਬੰਦੇ ਚੁਣੇ ਗਏ ਤੇ ਜਾ ਕੇ ਸੰਸਦ ਵਿੱਚ ਬੈਠੇ ਆ। ਇੱਥੇ ਜਿਹੜਾ ਉਹ ਸਪੀਕਰ ਬੈਠਾ ਹੋਇਆ ਤੇ ਸਪੀਕਰ ਕਿ ਇਹ ਬੋਲਣਗੇ ਤੇ ਇਹਨਾਂ ਨੂੰ ਟਾਈਮ ਦੇਗਾ, ਇਹਨਾਂ ਦੀ ਗੱਲ ਸੁਣੇਗਾ, ਸਾਰੇ ਆਪਣੀ ਆਪਣੀ ਗੱਲ ਰੱਖਣਗੇ। ਔਰ ਇਹ ਲੋਕ ਇੱਥੇ ਕਿਉਂ ਹੁੰਦੇ ਆ? ਤਾਂ ਕਿ ਜੋ ਆਪਣੇ ਕਾਨੂੰਨ ਨੇ, ਜਿੰਨੇ ਵੀ ਕਾਨੂੰਨ ਉਹ ਬਣਾਏ ਜਾਣ, ਕੋਈ ਨਵੀਂ ਯੋਜਨਾ ਜਿੱਦਾਂ ਚਾਈਲਡ ਲੇਬਰ ਹੈ, ਬਾਲ ਮਜ਼ਦੂਰੀ ਹੈ, ਇਹ ਖਤਮ ਹੋਣੀ ਹੈ, ਉਹਦੇ ਪਿੱਛੇ ਲਾਅ ਤਾਂ ਬਣਿਆ ਹੋਇਆ ਹੈ, ਕਿੱਦਾਂ ਫੋਲੋ ਹੋਣਾ ਹੈ, ਕੀ ਕਰਨਾ ਹੈ, ਉਹ ਸਾਰੀ ਇੱਥੇ ਸਾਰੀ ਸਕੀਮ ਜੋ ਹੈ। ਇਹ ਬੱਚੇ ਅਗਰ ਮਾਲ ਨਿਊਟ੍ਰੀਸ਼ਨ ਹੈ, ਉਹਨਾਂ ਦੀ ਸਰੀਰ ਜਿਹੜੇ ਆ ਉਹ ਕਮਜ਼ੋਰ ਹੈ, ਕੁਪੋਸ਼ਣ ਨਾਲ ਗ੍ਰਸਤ ਹੈਗੇ ਆ, ਤੇ ਉਹਨਾਂ ਲਈ ਕਿਹੜੀ ਯੋਜਨਾ ਲੈ ਕੇ ਆਈ ਜਾਵੇ ਕਿ ਉਹਨਾਂ ਨੂੰ ਖਾਣਾ ਮਿਲੇ, ਉਹ ਵਧਣ, ਉਹਨਾਂ ਦੇ ਸਕੂਲ ਜਿਹੜੇ ਆ ਉੱਚ ਜਿੱਦਾਂ ਕਿ ਮਿਡ ਡੇ ਮੀਲ ਮਿਲਦੀ ਹੈ। ਠੀਕ ਹੈ, ਇਦਾਂ ਦੀ ਜੋ ਕਹਿ ਲੋ ਕਿ ਤੁਸੀਂ ਇੱਥੇ ਬੈਠ ਕੇ ਲੋਕੀ ਸਕੀਮ ਬਣਾਉਂਦੇ ਆ, ਤੁਸੀਂ ਇਦਾਂ ਹੀ ਇੱਕ ਮੌਕ ਪਾਰਲੀਮੈਂਟ ਬਣਾਣੀ, ਕਿਸੇ ਇੱਕ ਬੱਚੇ ਨੂੰ ਸਪੀਕਰ ਬਣਾ ਦੇਣਾ ਤੇ ਬਾਕੀਆਂ ਨੇ ਬੈਠ ਕੇ ਇਹੋ ਜਿਹੇ ਟੌਪਿਕ ਹੈ ਚਾਈਲਡ ਲੇਬਰ ਕਿ ਬੱਚੇ ਜਿਹੜਾ ਕੰਮ ਕਰ ਰਹੇ ਆ। ਦੇਖੋ ਤੁਸੀਂ 9 ਸਾਲ ਦੇ ਹੋ, ਤੁਹਾਡੇ ਹਾਣ ਦਾ ਕੋਈ ਬੱਚਾ ਸਕੂਲ 'ਚ ਨਹੀਂ ਬੈਠਾ ਹੈ, ਉਹ ਮਜ਼ਦੂਰੀ ਕਰ ਰਿਹਾ ਜਾਂ ਕਿਸੇ ਇਹੋ ਜਿਹੀ ਐਕਟੀਵਿਟੀ 'ਚ ਜੋ ਇਲੀਗਲ ਹੈ। ਠੀਕ ਹੈ, ਉਹਨਾਂ ਨੂੰ ਕਿੱਦਾਂ ਸੈੱਟ ਕੀਤਾ ਜਾ ਸਕਦਾ ਹੈ? ਮਾਲ ਨਿਊਟ੍ਰੀਸ਼ਨ, ਉਹਨਾਂ ਨੂੰ ਖਾਣਾ ਨਹੀਂ ਮਿਲ ਰਿਹਾ, ਲਾਈਨ 'ਚ ਲੱਗੇ ਖਾਣਾ ਮਿਲੇ। ਤੁਸੀਂ ਦੇਖੋ ਹੱਡੀਆਂ ਨਿਕਲੀਆਂ ਪਈਆਂ ਬੱਚਿਆਂ ਦੀਆਂ, ਤੇ ਕੋਈ ਮਤਲਬ ਤੁਸੀਂ ਕੋਈ ਇੱਦਾਂ ਦੀ ਉਹ ਕਰਨੀ ਹੈ ਕਿ ਉਹਨਾਂ ਨੂੰ ਪੜ੍ਹਾਈ ਮਿਲੇ, ਉਹਨਾਂ ਨੂੰ ਖਾਣਾ ਮਿਲੇ, ਉਹਨਾਂ ਤੋਂ ਲੇਬਰ ਨਾ ਕਰਾਈ ਜਾਏ। One of you could be the speaker as in Lok Sabha and the other could divide themselves into groups representing member of parliament from different parties। ਕਿ ਕੋਈ ਕਹੇਗਾ ਕਿ ਮੈਂ ਕਾਂਗਰਸ ਦਾ, ਕੋਈ ਕਹੇਗਾ ਮੈਂ BJP ਦਾ, ਕੋਈ ਕਹੇਗਾ ਮੈਂ ਆਮ ਆਦਮੀ ਪਾਰਟੀ ਦਾ। ਇਦਾਂ ਆਪਸ 'ਚ ਡਿਵਾਈਡ ਕਰ ਲੋਗੇ ਸਾਰੇ ਅਲੱਗ ਅਲੱਗ। There must be an opposition ਕਿ ਅਗਰ ਇੱਥੇ ਕੋਈ ਮੋਦੀ ਸਾਹਿਬ ਬਣ ਗਿਆ ਹੈ तो दूसरा कोई राहुल गांधी भी बनेगा, मतलब एक जो कि राज कर रहा है, दूसरा जेड़ा ओदे opposite खड़ा है। Remember that you are India's future and that some among you may one day be in position of power। कि याद रखियो तुसी ही देश दा भविख हो। जे अज मोदी साहब है या राहुल गांधी है या अरविंद केजरीवाल है, कदी वो भी ਤੁਹਾਡੀ ਉਮਰ ਦੇ ਹੁੰਦੇ ਸੀਗੇ। ਅੱਜ ਉਹ ਇਸ ਜਗ੍ਹਾ ਤੇ ਬੈਠੇ ਹੈ, ਕੱਲ ਨੂੰ ਤੁਸੀਂ ਵੀ ਇਸ ਜਗ੍ਹਾ ਤੇ ਆ ਕੇ ਬੈਠ ਸਕਦੇ ਹੋ। ਇਸ ਕਰਕੇ ਆਪਣੇ ਆਪ ਨੂੰ ਅੱਜ ਉਸ ਜਗ੍ਹਾ ਤੇ ਸੋਚ ਕੇ ਤੁਸੀਂ ਅੱਛੇ ਡਿਸੀਜਨ ਲੈਣੇ। ਇਹ ਮੌਕ ਪਾਰਲੀਮੈਂਟ ਹੈ, ਮਤਲਬ ਇਹਨੂੰ ਤੁਸੀਂ ਇਹੀ ਸੋਚ ਕੇ ਚੱਲਣਾ ਕਿ ਤੁਸੀਂ ਹੀ ਮੈਂਬਰ ਆਫ ਪਾਰਲੀਮੈਂਟ ਹੋ
ਔਰ ਸਾਰੇ ਡਿਸੀਜਨ ਜਿਹੜੇ ਆ ਜੋ ਵੀ ਕੋਈ ਨਵੀਂ ਸਕੀਮ ਆਣੀ ਹੈ ਤੁਸੀਂ ਲੈ ਕੇ ਆਣੀ ਹੈ, ਇੰਪਰੂਵਮੈਂਟ ਕਰਨੀ ਤੁਸੀਂ ਕਰਨੀ ਹੈ ਤੇ ਕਿੱਦਾਂ ਕਰਨੀ ਹੈ ਉਹ ਸਾਰਾ ਕੁਝ ਤੁਸੀਂ ਡਿਸਕਸ ਕਰਨਾ ਹੈ। फोर्थ पार्ट है वोकैबुलरी। फर्स्ट है रीड दी सेंटेंसेस। तो ਆਪਾਂ सेंटेंस पढ़ने शुरू करते हैं। The other boy came up one by one to shake his hand। ਹੋਰ ਲੜਕੇ ਇੱਕ ਇੱਕ ਕਰਕੇ one by one, इथे मेन पॉइंट की one by one। Several beds made from sacks were placed side by side on the floor। कि बहुत सारे बेड जो कि बोरियां ना बने हुए सी एक तो बाद एक जमीन ते सन। In these sentences the preposition by जो ये by दोनों दे विच has been used to join two words to form expressions। मतलब दो वर्ड केड़े one and one नु जोड़िया one by one एक एक्सप्रेशन बन गया, एक एक करके साइड बाय साइड लागे लागे by ने जोड़ के ए हो गया अपनी preposition जो कि जोड़ के एक एक्सप्रेशन बना रही है। Now make sentences of your own with the following expressions one by one। ਤੁਸੀਂ ਕੀ ਕਰਨਾ ਹੈ ਇਸ ਐਕਸਪ੍ਰੈਸ਼ਨ ਦਾ ਇੱਕ ਸੈਂਟੈਂਸ ਬਣਾਉਣਾ ਹੈ। ਹੁਣ ਸਾਨੂੰ ਪਤਾ ਹੈ one by one ਕੀ ਹੁੰਦਾ, ਇੱਕ ਇੱਕ ਕਰਕੇ ਸਾਈਡ ਬਾय ਸਾਈਡ ਨਾਲ ਨਾਲ bit by bit ਥੋੜਾ ਥੋੜਾ ਕਰਕੇ डे बाय डे दिन प्रतिदिन। तो आप बनाना शुरू करते हैं one by one after another एक एक करके। सेंटेंस क्या होएगा, the students entered the classroom one by one। नेक्स्ट साइड बाय साइड मतलब कि ये था नेक्स्ट टू ईच अदर नाल नाल कट्ठे कट्ठे। Riya and Simran sat side by side in the bus। Next है bit by bit little by little थोड़ा थोड़ा करके the bird built its nest bit by bit। Next है day by day as each day passes दिनों दिन। हर English is improving day by day। Next ਸਾਡੇ ਕੋਲ ਜੋ second part ਹੈ vocabulary ਦਾ write the noun form of these adjectives। ਸਾਨੂੰ adjective ਦਿੱਤੇ ਹੋਏ ਆ miserable, horrible और horrific, frightened, sorrowful, miserly। तो ਸਾਡੇ ਕੋਲੇ ਕੀ ਹੈ ਐਡਜੈਕਟਿਵ ਹੈ, ਇਹਦੇ ਤੋਂ ਅਸੀਂ ਨਾਉਨ ਬਣਾਣੇ ਆ। ਹੁਣ ਸਾਨੂੰ ਐਡਜੈਕਟਿਵ ਦਾ ਪਤਾ ਐਡਜੈਕਟਿਵ ਕੀ ਹੁੰਦਾ ਹੈ, ਕਿਸੇ ਨਾਉਨ ਦੀ ਵਿਸ਼ੇਸ਼ਤਾ ਦੱਸ ਰਿਹਾ ਹੈ, ਠੀਕ ਹੈ, ਕਿਸੇ ਨਾਉਨ ਬਾਰੇ ਦੱਸ ਰਿਹਾ ਹੈ। ਨਾਉਨ ਕੀ ਹੈ, ਨੇਮ ਜਾਂ ਕੋਈ ਵੀ ਕਿਸੇ ਵੀ ਚੀਜ਼ ਨੂੰ ਜਦੋਂ ਆਪਾਂ ਨਾਮ ਦੇ ਦਿੰਦੇ ਆ। ਸੋ ਅਸੀਂ ਇਹ ਜੋ ਐਡਜੈਕਟਿਵ ਇਹਨਾਂ ਤੋਂ ਨਾਉਨ ਬਣਾਣੇ ਆ ਤੇ ਫਿਰ ਉਹਨਾਂ ਤੋਂ ਸੈਂਟੈਂਸ ਬਣਾਣੇ ਆ। ਫਰਸਟ ਹੈ ਮਿਜ਼ਰੇਬਲ। तो ਇਹਦਾ ਨਾਉਨ ਕੀ ਹੋਏਗਾ, मिजरी। मिजरेबल का मतलब की है वेरी अनहैप्पी, बहुत ज्यादा उदास। और मिजरी का मतलब की है ग्रेट सफरिंग और सैडनेस, दुख कलेश। सेंटेंस की बनावांगे आपा इस टाइम की करांगे दोनों दे ही सेंटेंस बनावांगे। पहले एडजेक्टिव दा देन नाउन दा। एडजेक्टिव मिजरेबल, द पुअर बॉय लुक्ड मिजरेबल इन द कोल्ड वेदर। मिजरी दा पॉवर्टी ब्रॉड ग्रेट मिजरी टू द फैमिली। नेक्स्ट है हॉरिबल, हॉरिफिक बनेगा अपना हॉरर। हॉरिबल एंड हॉरिफिक इसका मतलब की है वेरी टेरिबल और फ्राइटन, भयानक या डरावना। हॉरर का की है ग्रेट फियर और शॉक, डर जा दहशत। हॉरिबल का इट वाज अ हॉरिबल एक्सीडेंट और इट वाज अ हॉरिफिक एक्सीडेंट। हॉरर का की है सेंटेंस द चिल्ड्रन वॉच्ड द सीन इन हॉरर। नेक्स्ट साडे कोल है फ्राइटन्ड। एडजेक्टिव फ्राइटन्ड है, नाउन की बनेगा फ्राइट। फ्राइटन्ड का मतलब की है अफ्रेड, डरया होया। और फ्राइट का मतलब की है सडन फीलिंग ऑफ फियर, डर। फ्राइटन्ड, द लिटिल गर्ल वाज फ्राइटन्ड बाय द थंडर। फ्राइट, द लाउड नॉइज गिव मी अ फ्राइट। नेक्स्ट है सॉरोफुल। एडजेक्टिव सॉरोफुल और नाउन बन गया सॉरो। सो सॉरोफुल मींस फुल ऑफ सैडनेस, दुखी शोक ना भरिया होया। और सॉरो का मतलब है सैडनेस और ग्रीफ, शोक या दुख। सॉरोफुल दा सेंटेंस है She looked sorrowful after hearing the bad news। Sorrow, everyone felt deep sorrow at his death। Next, miserly, miser। So, miserly का मतलब की है not willing to spend money, कंजूस। Miser, a person who hates spending money, कंजूस व्यक्ति, कंजूसी आएगा थे। Not willing to spend money, कंजूसी, a person who hates spending money, कंजूस व्यक्ति। miserly the sentence है the miserly man never shared his money with anyone। miser, the old miser lived alone in a small house। next है साडे कोल fifth part grammar। grammar की है read the sentence carefully। और जो नीचे सानू दो sentences दिते हैं इन्हां नू ध्यान नाल पढ़ना है। if you don't speak up I will kill you। जे तू ना बोलिया मैं तेनू मार दवांगा। if Oliver had not met the Dodger he would not have found a place to stay। जे ओलिवर डॉजर ਨੂੰ ਨਾ ਮਿਲਿਆ ਹੁੰਦਾ ਉਹਨੂੰ ਰਹਿਣ ਲਈ ਕੋਈ ਜਗ੍ਹਾ ਨਾ ਮਿਲਦੀ। ਹੁਣ ਇੱਥੇ ਜੋ ਇਫ ਹੈ ਇਹ ਕੀ ਸ਼ੋ ਕਰ ਰਿਹਾ ਹੈ, ਇੱਕ ਕੰਡੀਸ਼ਨ ਸ਼ੋ ਕਰ ਰਿਹਾ ਹੈ ਕਿ ਜੇ ਇਦਾਂ ਨਾ ਹੁੰਦਾ ਤਾਂ ਇਦਾਂ ਹੋ ਜਾਂਦਾ। ਮਤਲਬ ਇਫ ਜੇ ਅਸੀਂ ਯੂਜ਼ ਕਰ ਰਹੇ ਹਾਂ ਜੇ ਜਾਂ ਜੇਕਰ ਕਿ ਜਦੋਂ
ਕਿਸੇ ਵੀ ਕੰਮ ਦਾ ਹੋਣਾ ਕਿਸੇ ਹੋਰ ਗੱਲ ਤੇ ਨਿਰਭਰ ਕਰਦਾ ਹੋਵੇ ਤਾਂ ਆਪਾਂ ਉੱਥੇ ਕੀ ਵਰਤਦੇ ਆ, if. In these sentences, the word if introduce a clause that expresses a condition, a thing on which something else depends. It can be used to begin or end a clause. जो if word है इनू की कर सकते हैं ਆਪਾਂ beginning ਚ, मतलब जो sentence है ਉਹਦੇ ਸ਼ੁਰੂ ਚ ਵੀ use ਕਰ ਸਕਦੇ ਹਾਂ ਜਾਂ ਉਹਦੇ ਅਖੀਰਲੇ ਪਾਰਟ ਚ ਵੀ use ਕਰ ਸਕਦੇ ਹਾਂ। ਹੁਣ ਦੇਖੋ begin और end, ਹੁਣ ਇੱਥੇ ਤੇ ਤੁਸੀਂ ਇਸ clause ਚ ਕੀ ਹੈ ਕਿ ਦੋਨੋਂ ਸ਼ੁਰੂ ਚ ਆਏ ਆ। ਚਲੋ ਇਹਦਾ ਆਪਾਂ ਇੱਕ ਡਿਫਰੈਂਸ ਦੇਖਦੇ ਹਾਂ। ਅਗਰ ਮੈਂ ਲਿਖਦੀ ਹਾਂ if you study well you will pass, ਜੇ ਤੁਸੀਂ ਅੱਛਾ ਪੜੋਗੇ ਤਾਂ ਤੁਸੀਂ ਪਾਸ ਹੋ ਜਾਓਗੇ। ਕੰਡੀਸ਼ਨ ਕੀ ਕਿ ਜੇ ਤੁਸੀਂ ਅੱਛਾ ਪੜੋਗੇ ਤਦ ਇਹ ਰਿਜ਼ਲਟ ਆਏਗਾ ਕਿ ਤੁਸੀਂ ਪਾਸ ਹੋ ਜਾਓਗੇ। ਅਗਰ ਮੈਂ ਇਸੇ ਚੀਜ਼ ਨੂੰ if ਨੂੰ ਮੈਂ ਸੈਕੰਡ ਪਾਰਟ ਚ ਲਿਖੀ ਜਾਣਾ, ਮੈਂ ਕੀ ਕਰਾਂਗੀ you will pass if you study well। ਹੁਣ ਦੇਖੋ ਮੈਂ ਇਹਦੇ ਚ ਇਹ ਜਿਹੜੀ if clause ਹੈ ਬਿਗਿਨਿੰਗ ਚ ਲਿਆਂਦੀ ਹੈ ਔਰ ਇਹਦੇ ਚ ਕੀ ਕੀਤਾ ਮੈਂ ਐਂਡ ਵਾਲੇ ਪਾਰਟ ਚ ਰੱਖ ਦਿੱਤੀ, ਪਰ ਦੋਨਾਂ ਦਾ ਮਤਲਬ ਕੀ ਹੈ ਸੇਮ ਹੀ ਹੈ। if you study well you will pass, ਜੇ ਤੂੰ ਅੱਛਾ ਪੜੇਗਾ ਤੇ ਪਾਸ ਹੋ ਜਾਵੇਗਾ, तू पास हो जाएगा जे तू अच्छा पढ़ेगा, मतलब तो दोनों का सेम ही है। चाहे मैं जे पहले लगा दूंगा चाहे मैं जे बाद च लगा दूंगा, दोनों का अर्थ सेम ही है। नेक्स्ट साडे कोल है कंप्लीट द फॉलोइंग सेंटेंसेस यूजिंग एन इफ क्लॉज। सानू कुछ सेंटेंस दिते हुए ए बी सी डी ई 5 सेंटेंस है साडे कोल, ਅਸੀਂ इफ क्लॉज लाके पूरे करने। द डॉजर आस्क्ड ओलिवर, डॉजर ने ओलिवर ਨੂੰ ਪੁੱਛਿਆ, ਕੁਝ ਵੀ ਪੁੱਛ ਸਕਦਾ ਹੈ। ਸਭ ਤੋਂ ਪਹਿਲੇ ਉਹਨੇ ਕੀ ਪੁੱਛਿਆ ਸੀਗਾ ਕਿ ਤੂੰ ਲੰਡਨ ਜਾ ਰਿਹਾ? ਆਪਾਂ ਕੀ ਲਿਖਾਂਗੇ ਇੱਥੇ ਦ ਡॉजर ਆਸਕਡ ओलिवर ਇਫ ਹੀ ਵਾਸ ਗੋਇੰਗ ਟੂ ਲੰਡਨ, ਜੇ ਉਹ ਲੰਡਨ ਜਾ ਰਿਹਾ ਹੈ ਤਾਂ ਡॉजर ਨੇ ओलिवर ਨੂੰ ਪੁੱਛਿਆ। ਨੈਕਸਟ ਕੀ ਹੈ ਡੈਸ਼ ओलिवर ਵੁੱਡ ਹੈਵ ਬੀਨ ਹੈਪੀ ਵਿਦ ਹਿਸ ਫੈਮਿਲੀ। ओलिवर ਖੁਸ਼ ਹੁੰਦਾ ਆਪਣੀ ਫੈਮਿਲੀ ਦੇ ਵਿੱਚ, ਕਿਉਂ ਖੁਸ਼ ਹੁੰਦਾ? ਜੇ ਉਹਦੇ ਪੇਰੈਂਟਸ ਨਾ ਮਰੇ ਹੁੰਦੇ। ਇਫ ਹਿਸ ਪੇਰੈਂਟਸ ਹੈਡ ਬੀਨ ਅਲਾਈਵ ओलिवर would have been happy with his family. Next ये I shall stay at home, मैं घर विच ही रवांगा। क्यों? जे बारिश शुरू होगी। If it's rain, जे बारिश हुई तो मैं घर ही रवांगा। The test will be held tomorrow, टेस्ट कल होवेगा। क्यों कल होवेगा? जे सारे बच्चे प्रेजेंट होंगे। If all the students are present, next dash I will win the match, जे मैं प्रैक्टिस करांगा तो मैं मैच जीत जावांगा। If I practice regularly, I will win the match. नेक्स्ट पार्ट है ग्रामर का। यूज द फॉलोइंग इफ क्लॉजेस इन द सेंटेंसेस ऑफ योर ओन। क्लॉजेस की इफ आई हैड द मनी, जे मेरे कोल पैसा हुंदा। इफ आई नो द ट्रुथ, जे मैनू सच पता हुंदा। इफ द रेन हैड स्टॉप, जे बारिश रुक गई हुंदी। इफ यू आर टायर्ड, जे तुसी थके हुए हो। इच की है रीजन देता, तुसी अगला सेंटेंस पूरा करना है। So first, if I had the money, I would buy a new bicycle or new car or new doll or new toy. Next है साडे कोल if I knew the truth, जे मैनू सच पता हुंदा, I would tell it to everyone, मैं सारिਆਂ ਨੂੰ ਦੱਸ ਦਿੰਦਾ ਜੇ ਮੈਨੂੰ ਸੱਚ ਪਤਾ ਹੁੰਦਾ। Next है if the rain had stopped, अगर बारिश रुक गई हुंदी, we would have gone to the park, ਅਸੀਂ ਪਾਰਕ ਵਿੱਚ ਚਲੇ ਗਏ ਹੁੰਦੇ। If you are tired, ਜੇ ਤੁਸੀਂ ਥੱਕੇ ਹੋਏ ਹੋ, you should take some rest, ਤੁਹਾਨੂੰ ਥੋੜਾ ਆਰਾਮ ਕਰਨਾ ਚਾਹੀਦਾ ਹੈ। नेक्स्ट सारे को ग्रामर दा सेकंड पार्ट की है। रीड दीज सेंटेंसेस। द डॉजर वॉक्ड अप टू ओलिवर एंड सेड, फिर की है कॉमा है, इन्वर्टेड कॉमास है, गोइंग टू लंडन, देन क्वेश्चन मार्क है, अगेन इन्वर्टेड कॉमास है कि डॉजर ने ओलिवर ने पूछा तुसी लंदन जा रहे हो, यही पूछा सी ना कि लंदन जा रहे हो। नेक्स्ट है फागिन कॉमा, इन्वर्टेड कॉमा तो शुरू हो रहा है, फागिन कॉमा दिस इज माय फ्रेंड, अगेन कॉमा ओलिवर ट्विस्ट, अगेन कॉमा then inverted comma said the dodger, dodger ने किया। next is inverted comma what have you seen boy, तू की देखा मुंडे, inverted comma close, पहले की question mark, अगे asked फागिन, फागिन ने पूछा। ਹੁਣ ਤੁਹਾਨੂੰ ਜੋ ਇਹ ਦਿਖ ਰਹੀ ਹੈ ਇਹ ਸੈਂਟੈਂਸਸ, ਇਹ ਕੀ ਹੈਗੇ ਆ? ਇਹ ਆ ਡਾਇਰੈਕਟ ਸਪੀਚ। ਸਪੀਚ ਦੋ ਤਰ੍ਹਾਂ ਦੀ ਹੁੰਦੀ, ਇੱਕ ਹੁੰਦੀ ਹੈ ਡਾਇਰੈਕਟ, ਇੱਕ ਹੁੰਦੀ ਹੈ इनडायरेक्ट। डायरेक्ट का मतलब कि जदों कोई बंदा जिस तरह गल कर रहा है उसी तरह लिखना है। ਇਹਦੇ ਚ ਕੀ ਆਏਗਾ? ਇਹਦੇ ਚ ਆਪਾਂ ਯੂਜ਼ ਕਰਦੇ ਆ आई, मी, यू, ਇਹ ਵਾਲੇ वर्ड यूज करते हैं, आर, ਇਹ ਵਾਲੇ ਜਿਹੜੇ वर्ड ਆਪਾਂ यूज करते। पर इनडायरेक्ट ਚ ਆਪਾਂ ਕੀ ਆਪਾਂ ਜਿਹੜਾ ही, शी, इट ਇਹ ਵਾਲੇ वर्ड यूज करते हैं। ਹੁਣ ਡਾਇਰੈਕਟ ਦਾ ਮਤਲਬ ਹੈ ਕਿ ਸਿੱਧੀ ਗੱਲ ਕਿ ਤੁਸੀਂ ਤੇ ਮੈਂ ਆਪਸ ਚ ਗੱਲ ਕਰ ਰਹੇ ਹਾਂ। ਹੁਣ ਮੈਂ ਕੀ ਕਰ ਰਹੀ ਹਾਂ? ਤੁਹਾਡੀ ਗੱਲ ਕਿਸੇ ਹੋਰ ਦੇ ਨਾਲ ਕਰ ਰਹੀ ਹਾਂ। मतलब मैं हूं तानू यू नहीं यूज करांगी, मैं तानू ही और शी यूज करांगी। वो की होएगा? इनडायरेक्ट। जिस कि राम ने शाम नू क्या, शाम नू खेडन आ जावे, ये हो गया डायरेक्ट स्पीच। हुण जदों ओ गल किसी और नू, राम ने शाम नू दस्सिया सी कि ओ शाम नू खेडन आ जावे, ओ शाम नू खेडन आ जावे, तू शाम नू खेडन आ जावी, दोनां च की फर्क आ रहा?
तू दी जगह हो गया ओ, मतलब डायरेक्ट तो इनडायरेक्ट हो गया। नीचे की लिखा है द वर्ड स्पोकन बाय द डॉजर एंड फागिन हैव बीन रिटन विद इन इन्वर्टेड कॉमास और स्पीच मार्क्स एज दे हैव एक्चुअली बीन स्पोकन बाय द पीपल। स्पीच मार्क्स मतलब कॉमा लग्या या क्वेश्चन मार्क लग्या होया, एक ही एज इट इज बोले गए वर्ड है कि उन्हें क्वेश्चन पूछा सी व्हाट हैव यू सीन बॉय, उसी तरीके ना उत्थे लिखिया होया है। These sentences are therefore in direct speech। ਇਹੋ ਜਿਹੇ ਜਿਹੜੇ sentences ਹੈ ਇਹਨਾਂ ਨੂੰ direct speech ਕਿਹਾ ਜਾਂਦਾ ਹੈ। Next, when we are showing the exact word spoken by someone, ਜਦੋਂ ਅਸੀਂ ਇਹੋ ਜਿਹੇ word ਲਿਖਣੇ ਆ ਜਿਸ ਤਰ੍ਹਾਂ ਬੋਲੇ ਗਏ ਆ, ਉਹਦੇ ਰੂਲ ਕੀ ਹੈ? ਫਰਸਟ ਕੀ ਹੈ? We begin the part of the sentence within the inverted comma with the capital letter। मतलब inverted comma ਚ ਜਿਹੜਾ ਵੀ word ਲਿਖਣਾ ਸ਼ੁਰੂ ਕਰਨਾ ਹੈ ਉਹ ਕਰਨਾ ਕਿੱਥੋਂ? कैपिटल लेटर। देखो एफ जेड़ा फागिन है वैसे तो नाम है, ए भी की है इन्वर्टेड कॉमा च, तो फिर डब्ल्यू आ गया व्हाट यू हैव सीन बॉय, ये की है, ये भी कैपिटल है। नेक्स्ट की है बी पार्ट की है बिफोर वी क्लोज इन्वर्टेड कॉमा वी पुट अ कॉमा। जदों भी असी इन्वर्टेड कॉमा जेड़ा हुण देखो जिद्दां डॉजर वॉक अप टू द ओलिवर, इत्थे की है जी है, ये की है सेंटेंस दे विच आ रहा पर इन्वर्टेड कॉमा च इस करके कैपिटल है। ठीक है, नेक्स्ट पार्ट की है बी बिफोर वी क्लोज इन्वर्टेड कॉमा वी पुट अ कॉमा। जदों भी असी जिद्दां ए चल इन्वर्टेड कॉमा च चल रहा सीधे सीधे अखीर च की आ गया कॉमा। जदों इन्वर्टेड कॉमा बंद करने उत्थे की करना सी कॉमा लगा देना है। और स्टेट जदों कि एक आदे वास्ते स्टेटमेंट रिक्वेस्ट या कुछ और एडवाइस होवे उत्थे कॉमा, मतलब जिथे असी मेन फुल स्टॉप यूज करते हैं नॉर्मल सेंटेंस ते उत्थे असी कॉमा यूज करते हैं। पर जो उत्थे एक्सक्लेमेशन मार्क या क्वेश्चन मार्क आना है कि वो क्वेश्चन पूछा गया है, असी फिर वो लिखांगे जिद्दां गोइंग टू लंडन और बॉय तो बात की है क्वेश्चन मार्क, इस तरह से इत्थे क्वेश्चन मार्क यूज किया। नेक्स्ट है व्हेन वी रिपोर्ट व्हाट समवन हैज सेड कि जदों असी ये नहीं कह रहे कि इन्हें मेनू ये किया, इन्हें ओनू ये किया, किसी दी गल या किसी दा सेंटेंस असी रिपोर्ट करना है उदों असी डिफरेंट वे यूज करते हैं। उदों असी इन्वर्टेड कॉमा यूज नहीं करते, उदों आप कुछ भी करते हैं विदाउट इन्वर्टेड कॉमा। जिस तरह के द डॉजर वॉक अप टू ओलिवर एंड आस्क्ड हिम इफ he was going to London। एक्चुअल च की सीगा है, अगर तुसी एक्चुअल जेड़ा ओ पढ़िया है ओ की सीगा डॉजर वॉकड अप टू द ओलिवर एंड सेड गोइंग टू लंडन। इथे की है सेड बन गया आस्क्ड। द डॉजर वॉकड अप टू द ओलिवर एंड सेड सी उत्ते इथे की आस्क्ड। उस तो बाद की इन्वर्टेड कॉमा पर इथे की है ओलिवर दे नाम दी जगह ते की है हिम इफ ही वाज गोइंग टू लंडन कि वो लंदन जा रहा है। नेक्स्ट डॉजर इंट्रोड्यूस ओलिवर टू फागिन सेइंग एक कहंदे होए इंट्रोड्यूस कीता कि ओ ओदा दोस्त है ओलिवर ट्विस्ट। देन फागिन आस्क्ड ओलिवर व्हाट ही हैड सीन। फागिन ने ओलिवर नु पूछा कि उन्हें की देखा। एनु आपां कहने आ इनडायरेक्ट स्पीच। हियर वी आर रिपोर्टिंग इन आवर ओन वर्ड्स व्हाट समवन एल्स हैज सेड, देयरफॉर वी डू नॉट यूज स्पीच मार्क। द अबव सेंटेंसेस आर इनडायरेक्ट स्पीच। हुण इत्थे देखो जो उन्हें पूछा सी लंदन जांदा, उन्हें क्वेश्चन पूछा सीगा, अखीर च क्वेश्चन मार्क सी पर इनडायरेक्ट स्पीच च क्वेश्चन मार्क नहीं है। उन्हें मुंडे ने पूछा सी तू कुछ देखा, उत्थे किसी क्वेश्चन मार्क पर इत्थे क्वेश्चन मार्क नहीं है। इनडायरेक्ट स्पीच ਆਪਾਂ ਕੀ ਕਰਦੇ हैं ਅਸੀਂ ਜਿਹੜੇ स्पीच मार्क है वो नहीं लगांदे, ਇਸ ਨੂੰ ਕੀ ਕਹਿੰਦੇ ਆਪਾਂ इनडायरेक्ट स्पीच। नोटिस हाउ द प्रोनाउंस चेंज। ਹੁਣ ਤੁਸੀਂ ਨੋਟਿਸ ਕਰੋ ਕਿ प्रोनाउंस ਕਿੱਦਾਂ ਚੇਂਜ ਹੋ ਜਾਂਦੇ। ਯੂ ਜਿਹੜਾ ਹੈ ਉਹ ਹੀ ਚ ਚੇਂਜ ਹੋ ਜਾਂਦਾ, ਮਾਈ ਜਿਹੜਾ ਹਿਸ एंड सो ऑन जेड़ा यू चेंज हो गया ही च माई हिस च, इस तरह करके जिदा व्हाट हैव यू सीन बॉय यू आ गया ना इत्थे। और जदों इहदा ए डायरेक्ट स्पीच, अगर मैं इहदी इनडायरेक्ट स्पीच देखदी हां फागिन आस्क्ड ओलिवर व्हाट ही हैड सीन, इत्थे की यू और इत्थे की बन गया है ही बन गया। द वर्ब आल्सो चेंज फ्रॉम प्रेजेंट टू पास्ट टेंस। हुण इत्थे देखो व्हाट हैव यू सीन बॉय आस्क्ड फागिन, हुण इत्थे की है हैव बन गया इत्थे हैड, प्रेजेंट तो किथे चला गया पास्ट च, इस बन जाएगा वाज, हैव बन जाएगा हैड। नेक्स्ट है चेंज दीस सेंटेंसेस फ्रॉम इनडायरेक्ट टू डायरेक्ट स्पीच। हुण साडे कोल सेंटेंसेस हैगे इनडायरेक्ट स्पीच, इनु आपां डायरेक्ट स्पीच चेंज करना है। चलो देखते हैं आपां इनडायरेक्ट स्पीच वाला की है। Oliver told Fagin that he was sorry if he had disturbed him। डायरेक्ट स्पीच की आएगा Oliver said to Fagin, उसके बाद कॉमा इन्वर्टेड कॉमा स्टार्ट। देखो ही वाज सॉरी इत्थे की बने आई एम सॉरी, इत्थे की सी पास्ट टेंस की गल हो रही सी, एक च आ गया प्रेजेंट च आ गया। और फर्स्ट वैसे तो आई हमेशा ही कैपिटल च हुंदा है, इत्थे फर्स्ट आई आ गया कैपिटल हो गया। आई एम सॉरी इफ आई हैव डिस्टर्ब्ड यू, इत्थे की डिस्टर्ब्ड हिम, हिम की है हो इत्थे यू बन गया। सेकंड सेंटेंस है चार्ली टोल्ड द डॉजर दैट द ओल्ड मैन वाज परफेक्ट। डायरेक्ट की आएगा
ਚਾਰਲੀ ਇੱਥੇ ਟੋਲਡ ਹੈ, ਟੋਲਡ ਬਣ ਗਿਆ ਸੈਡ। ਚਾਰਲੀ ਸੈਡ ਟੂ ਦ ਡੌਜਰ ਕੌਮਾ ਇਨਵਰਟਡ ਕੌਮਾ ਸਟਾਰਟ। ਹੁਣ ਦੇਖੋ ਦ ਇੱਥੇ ਜੋ ਟੀ ਹੈ ਉਹ ਕੈਪੀਟਲ ਹੋ ਗਿਆ। ਦ ओल्ड मैन इज परफेक्ट ਇੱਥੇ ਕੀ ਹੈ ਵਾਸ, ਜੋ ਡਾਇਰੈਕਟ ਸਪੀਚ ਕੀ ਹੋ ਗਿਆ is। अगेन फुल स्टॉप लग के इनवर्टेड कोमा क्लोज। नेक्स्ट की है थर्ड सेंटेंस की साडे कोल द ओल्ड मैन शाउटेड आउट टू द पीपल टू स्टॉप द थीफ। इधर डायरेक्ट स्पीच की बनेगी द ओल्ड मैन शाउटेड टू द पीपल स्टॉप द थीफ। उन्हें लोकां नु चीख के कहा कि चोर नु रोको। नेक्स्ट है द पुलिसमैन ऑर्डर्ड द क्राउड टू मूव अवे। पुलिस ने लोकां नु हुक्म दिता कि परे हो जाओ। इथे की होएगा द पुलिसमैन सेड, ऑर्डर्ड बन गया सेड टू द क्राउड। पुलिसमैन ने भीड़ नु क्या मूव अवे, पीछे हो जाओ। तुसी ये ध्यान रखना इन्वर्टेड कॉमा और जो फर्स्ट इन्वर्टेड कॉमा च वर्ड है ओदा फर्स्ट लेटर है वो कैपिटल है। फिफ्थ है अदर्स सेज दैट ही लव्स टू ईट डोसास। डायरेक्ट स्पीच की आएगा अदर्स सेज, फिर कॉमा देन इन्वर्टेड कॉमा आई लव टू ईट डोसास इन्वर्टेड कॉमा क्लोज बिफोर फुल स्टॉप लगेगा। नेक्स्ट सिक्स्थ है माय सिस्टर सेड दैट शी वाज गोइंग टू सी अ मूवी। डायरेक्ट स्पीच की होएगा माय सिस्टर सेड आई एम गोइंग टू सी अ मूवी। शी दी जगह ते बन गया आई, वाज दी जगह हो गया एम, पास्ट तो प्रेजेंट च आ गई। ਇੱਥੇ ਤੱਕ ਆਪਾਂ ਦੇਖ ਲੈ। ਹੁਣ ਦੇਖੋ ਕਿ ਇਹ ਇੱਕ ਦੋ ਚੀਜ਼ਾਂ ਨੇ ਜੋ ਤੁਸੀਂ ਬਹੁਤ ਜ਼ਿਆਦਾ ਯਾਦ ਰੱਖਣੀਆਂ ਨੇ। ਜਿਸ ਤਰ੍ਹਾਂ ਕਿ ਜਦੋਂ ਵੀ ਤੁਸੀਂ ਇਨਡਾਇਰੈਕਟ ਸਪੀਚ ਤੋਂ डायरेक्ट स्पीच जाना है फर्स्ट कि जो भी स्पीकर है कोई भी स्पीकर है ओदे एग्जैक्ट वर्ड तुसी इन्वर्टेड कॉमा च लिखना है। कोई भी वर्ड जिहड़ा है वो तुसी चेंज नहीं करना, एग्जैक्ट वर्ड लिखना है। जो फर्स्ट वर्ड है इन्वर्टेड कॉमा च वो हमेशा कैपिटल होएगा। जो प्रोनाउन है आई ही शी इट वो स्पीकर दे अकॉर्डिंग चेंज होंगे। और जो इनडायरेक्ट स्पीच तो डायरेक्ट स्पीच जाना है तो हमेशा पास्ट टू प्रेजेंट ही जाना है। नेक्स्ट पार्ट है चेंज दी सेंटेंसेस फ्रॉम डायरेक्ट टू इनडायरेक्ट स्पीच। पहले ਆਪਾਂ ਕੀ ਕੀਤਾ ਸੀ ਇਨਡਾਇਰੈਕਟ ਟੂ ਡਾਇਰੈਕਟ ਚ ਗਏ ਸੀ, ਹੁਣ ਅਸੀਂ ਕੀ ਕਰਨਾ ਡਾਇਰੈਕਟ ਟੂ ਇਨਡਾਇਰੈਕਟ। ਹੁਣ ਇੱਥੇ ਕੀ ਹੈ ਸਾਡੇ ਕੋਲ ਇੱਥੇ ਕਿੰਨੇ ਸੈਂਟੈਂਸ ਦਿੱਤੇ ਹੋਏ ਆ, ਇੱਥੇ ਵੀ ਸਾਨੂੰ 6 ਸੈਂਟੈਂਸ ਦਿੱਤੇ ਹੋਏ ਆ। चलो ਅਸੀਂ करते हैं डायरेक्ट स्पीच की ਇੱਥੇ who is your favorite singer I asked my cousin। मैं अपने कजन ਨੂੰ ਪੁੱਛਿਆ ਕਿ ਤੇਰਾ ਫੇਵਰਿਟ ਸਿੰਗਰ ਕੌਣ ਹੈ। ਪਰ ਜਦੋਂ ਇਨਡਾਇਰੈਕਟ ਜਾਣਾ ਹੈ ਉਦੋਂ ਆਪਾਂ ਕੀ ਲਿਖਾਂਗੇ ਇੱਥੇ ਕੀ ਚੇਂਜ ਹੋ ਜਾਏਗਾ your चेंज हो जाएगा है ना और is चेंज हो जाएगा। एक ही प्रेजेंट टू पास्ट चला जाएगा और इथे जो कजन है ओदा जेंडर उस मुताबिक प्रोनाउन आ जाएगा। I asked my cousin who his her अगर वो मुंडा है तो his कुड़ी है ते her फेवरेट सिंगर was कि ओदा फेवरेट सिंगर कौन सी। सेकंड I will get rid of all the rats in Hamelin the Pied Piper told the mayor। जो ਪੀਅਰ ਪਾਈਪਰ ਸੀ ਇੱਕ ਜੋ ਪਾਈਪ ਵਜਾਉਣ ਵਾਲਾ ਬੰਦਾ ਸੀ ਉਹਨੇ ਹੈਮਲਿਨ ਦੇ ਮੇਅਰ ਨੂੰ ਕਿਹਾ ਸੀਗਾ ਕਿ ਮੈਂ ਸਾਰੇ ਚੂਹਿਆਂ ਤੋਂ ਤੁਹਾਨੂੰ ਨਿਜਾਤ ਦਵਾ ਸਕਦਾ। ਇਹ ਬੜੀ ਅੱਛੀ ਅਲੱਗ ਕਹਾਣੀ ਹੈ, ਇਹ ਵੀ ਕਦੀ ਸੁਣਾਉਂਗੀ ਮੈਂ ਤੁਹਾਨੂੰ। ਸੋ ਇੱਥੇ ਕੀ ਹੈ ਇੱਥੇ ਡਾਇਰੈਕਟ ਕੀ ਆਏਗਾ ਦ ਪੀਅਰ ਪਾਈਪਰ ਟੋਲਡ ਦ ਮੇਅਰ दैट ਹੀ ਵੁੱਡ। ਇੱਥੇ ਕੀ ਹੈ I will इतनी की बन गया he would। एक तो प्रोनाउन चेंज हो गया ऊपर टेंस चेंज हो गया। get rid of all the rats in Hamelin। नेक्स्ट की है प्लीज हेल्प मी सेड द ओल्ड लेडी टू यंग बॉय। बुजुर्ग औरत ने जवान मुंडे नु किया मेरी मदद करो। हुन इत्थे की चेंज हो जाएगा द ओल्ड लेडी रिक्वेस्टेड इत्थे की सेड ठीक आएगा रिक्वेस्टेड द यंग बॉय टू हेल्प हर। उन्हें जवान मुंडे नु किया कि मेरी मदद करो, उन्हें रिक्वेस्ट की कि मेरी मदद करो। फोर्थ है वेयर डज योर फादर वर्क ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ। सेड मिस्टर मैनन टू पिया। मिस्टर मैनन ने पिया नु किया ਤੁਹਾਡੇ ਪਿਤਾ ਜੀ ਕਿੱਥੇ ਕੰਮ ਕਰਦੇ ਹਨ। ਇੱਥੇ ਕੀ ਆਏਗਾ मिस्टर मैनन ने पिया नु पूछया asked मिस्टर मैनन asked पिया where her father worked ਉਹਦੇ ਪਾਪਾ ਕਿੱਥੇ ਕੰਮ ਕਰਦੇ ਹਨ। नेक्स्ट है डोंट राइट ऑन द वॉल्स सेड दिनेश टू हिज लिटिल ब्रदर। दिनेश ने अपने छोटे भरा नु क्या दीवार ते ना लिखो। इथे की हो जाएगा दिनेश टोल्ड इथे की है सेड की बन गया टोल्ड हिज लिटिल ब्रदर नॉट टू राइट ऑन द वॉल्स। इथे टोल्ड जगह ऑर्डर्ड भी हो सकता है, रिक्वेस्ट भी हो सकता है। सिक्स्थ है मदर कुड यू प्लीज मेक चीज सैंडविच फॉर ब्रेकफास्ट टुमारो सेड सीता। सीता ने क्या मम्मी की तुसी कल दे ब्रेकफास्ट ਲਈ ਚੀਜ਼ ਸੈਂਡਵਿਚ ਬਣਾ ਦੋਗੇ। ਇੱਥੇ ਕੀ ਹੈ ਸੀਤਾ ਰਿਕੁਐਸਟਡ ਕਿਉਂਕਿ ਇੱਥੇ ਪਲੀਜ਼ ਵਰਡ ਯੂਜ਼ ਹੋਇਆ। ਸੋ ਇੱਥੇ ਸੀਤਾ ਰਿਕੁਐਸਟਡ ਹਰ ਮਦਰ ਟੂ ਮੇਕ ਚੀਜ਼ ਸੈਂਡਵਿਚ ਫॉर ਬ੍ਰੇਕਫਾਸਟ ਦ ਨੈਕਸਟ ਡੇ। ਹੁਣ ਜਿੱਦਾਂ ਆਪਾਂ ਇਨਡਾਇਰੈਕਟ ਸਪੀਚ ਤੋਂ ਡਾਇਰੈਕਟ ਸਪੀਚ ਦੇ ਕੁਝ ਰੂਲ ਦੇਖੇ ਸੀ, ਹੁਣ ਇੱਥੇ ਵੀ ਆਪਾਂ ਜਦੋਂ ਡਾਇਰੈਕਟ ਟੂ ਇਨਡਾਇਰੈਕਟ ਚ ਜਾਣਾ ਹੈ ਸਭ ਤੋਂ ਪਹਿਲੇ ਕੀ ਹੈ ਅਗਰ ਇੱਥੇ ਕੋਈ ਕੁਐਸਚਨ ਮਾਰਕ ਹੈ
ਉਹ क्वेश्चन मार्क हट जाएगा और उत्ते की हो जाएगा आस्क्ड। अगर कोई किसी ने प्लीज या इतना कुछ किया है, कोई मदद मंगी है, कुछ भी दादा, उत्ते की आ जाएगा रिक्वेस्टेड। की बन जाएगा रिक्वेस्टेड। तीसरा की अगर कोई ऑर्डर्ड या कोई कमांड दी गई है उस जगह ते ਅਸੀਂ ਕੀ लिखांगे टोल्ड और ऑर्डर्ड। और अगर वो नेगेटिव फॉर्म च है टोल्ड नॉट टू और ऑर्डर्ड नॉट टू। देन अगर विल है, विल की बन जाएगा वुड। और इज आर ए वो की बन जाएगा वॉज वर। ऑब्वियसली द की सेंटेंस चेंज हो जाएगा। और अगर डज है, डज की हो जाएगा डिड। डज की बन जाएगा डिड, मतलब इधर टेंस चेंज हो जाएगा। नेक्स्ट पार्ट की कम्युनिकेशन। कम्युनिकेशन ਦੇ ਵਿੱਚ ਦੇਖੋ ਸਭ ਤੋਂ ਪਹਿਲੇ ਗਰੁੱਪ ਡਿਸਕਸ਼ਨ। ਹੁਣ ਇਹਦੇ ਵਿੱਚ ਕੀ ਦੇਖੋ most schools nowadays have various social services and social awareness programs। ਬਹੁਤ ਸਾਰੇ ਸਕੂਲ ਅੱਜਕੱਲ ਕੀ ਕਰਦੇ ਆ social service ਤੇ ਜਾਂ social awareness ਦੇ ਪ੍ਰੋਗਰਾਮ ਚਲਾਉਂਦੇ ਆ। what are the programs that your school has? ਤੁਹਾਡਾ ਸਕੂਲ ਕਿਸ ਤਰ੍ਹਾਂ ਦੇ ਪ੍ਰੋਗਰਾਮ ਚਲਾਉਂਦਾ ਹੈ? do you think it is important to organize these program? ਅਗਰ ਕੋਈ ਪ੍ਰੋਗਰਾਮ ਚੱਲ ਰਿਹਾ ਹੈ ਤਾਂ ਕੀ ਇਦਾਂ ਦੇ ਪ੍ਰੋਗਰਾਮ ਚਲਾਣੇ ਜ਼ਰੂਰੀ ਹਨ, ਵਧੀਆ ਹੁੰਦੇ ਹੈ? ਡੂ ਯੂ ਹੈਵ ਐਨੀ ਆਈਡੀਆ? ਡਿਸਕਸ। ਕਿ ਤੁਹਾਡੇ ਕੋਲ ਕੋਈ ਆਈਡੀਆ ਹੈ ਉਹਨੂੰ ਡਿਸਕਸ ਕਰੋ। One of the India's leading newspaper group has launched a Tech India program। इंडिया ਦੇ ਜੋ ਬਹੁਤ ਹਾਈ-ਫਾਈ ਜੋ ਨਿਊਜ਼ਪੇਪਰ ਹੈ ਉਹਨਾਂ ਨੇ ਕੀ ਕੀਤਾ ਹੈ ਟੈਕ ਇੰਡੀਆ ਨਾਮ ਦਾ ਪ੍ਰੋਗਰਾਮ ਚਲਾਇਆ ਹੈ। ਟੈਕ ਇੰਡੀਆ ਮਤਲਬ ਲੋਕਾਂ ਨੂੰ ਟੈਕਨੋਲੋਜੀ ਦਾ ਲਿਟਰੇਟ ਬਣਾਉਣਾ, ਇਲਿਟਰੇਸੀ ਜਿਹੜੀ ਹੈਗੀ ਟੈਕਨੋਲੋਜੀ ਦੀ ਉਹਨੂੰ ਦੂਰ ਕਰਨਾ। ਹੈਵ ਯੂ ਐਵਰ ਥਾਟ ਅਬਾਊਟ ਟੀਚਿੰਗ ਐਨ ਇਲਿਟਰੇਟ ਪਰਸਨ ਹਾਊ ਟੂ ਰੀਡ ਐਂਡ ਰਾਈਟ? ਕੀ ਤੁਸੀਂ ਕਦੀ ਸੋਚਿਆ ਕਿ ਕੋਈ ਇਹੋ ਜਿਹਾ ਬੰਦਾ ਜੋ ਅਨਪੜ੍ਹ ਹੋਵੇ ਉਹਨੂੰ ਪੜ੍ਹਨਾ ਤੇ ਲਿਖਣਾ ਸਿਖਾਉਣਾ ਤੇ ਕਿੱਦਾਂ ਸਿਖਾਉਣਾ ਹੈ? ਇਟ ਕੁਡ ਬੀ ਐਨੀਵਨ, ਸਮਵਨ ਹੂ ਵਰਕਸ in your home, a poor child on the street and so on। ਕੋਈ ਵੀ ਇਹੋ ਜਿਹਾ ਬੰਦਾ ਹੋ ਸਕਦਾ ਹੈ, ਉਹ ਚਾਹੇ ਤੁਹਾਡੇ ਘਰ 'ਚ ਕੰਮ ਕਰਨ ਵਾਲਾ ਕੋਈ ਹੋਵੇ, ਕੋਈ ਗਰੀਬ ਬੱਚਾ ਹੋਵੇ ਜੋ ਸੜਕਾਂ ਤੇ ਰਹਿੰਦਾ ਹੋਵੇ ਜਾਂ ਇਦਾਂ ਦਾ ਕੋਈ ਹੋਰ। if you have not now is the time to start। ਅਗਰ ਤੁਸੀਂ ਅਜੇ ਤੱਕ ਇਦਾਂ ਦਾ ਨਹੀਂ ਕੀਤਾ ਹੈ ਤਾਂ ਹੁਣ ਇਹ ਟਾਈਮ ਹੈ, ਸ਼ੁਰੂ ਕਰੋ, ਕਿਸੇ ਨੂੰ ਪੜ੍ਹਾਉਣਾ ਸ਼ੁਰੂ ਕਰੋ, ਕੋਈ ਅੱਛਾ ਅਵੇਅਰਨੈਸ ਪ੍ਰੋਗਰਾਮ ਸ਼ੁਰੂ ਕਰੋ। tell the class who you want to teach and how you will carry out your plan। ਤੁਸੀਂ ਆਪਣੀ ਕਲਾਸ ਨੂੰ ਦੱਸੋਗੇ ਤੁਸੀਂ ਕਿਹਨੂੰ ਪੜਾਓਗੇ ਤੇ ਆਪਣਾ ਪ੍ਰੋਗਰਾਮ ਜੋ ਵੀ ਤੁਹਾਡਾ ਪਲਾਨ ਹੈ ਇਹਨੂੰ ਕਿੱਦਾਂ ਤੁਸੀਂ ਫੁਲਫਿਲ ਕਰੋਗੇ। ਦੇਖੋ ਕਈਆਂ ਦੇ ਸਕੂਲ ਨੇ ਨਾ ਕਈ ਪ੍ਰੋਗਰਾਮ ਜਿਸ ਤਰ੍ਹਾਂ ਕਿ ਕਲੀਨਲੀਨੈਸ ਡਰਾਈਵ ਹੋਵੇ, ਇਦਾਂ ਦੇ ਕਈ ਪ੍ਰੋਗਰਾਮ ਕਿ ਹਾਂਜੀ ਅੱਜ ਆਪਾਂ ਸਫਾਈ ਕਰਾਂਗੇ। ਜਾਂ ਕਈ ਸਕੂਲ ਕੀ ਕਰਦੀ ਹੈ ਟਰੀ ਪਲਾਂਟੇਸ਼ਨ ਦਾ ਕੈਂਪੇਨ ਲਗਾਉਂਦੇ ਆ ਕਿ ਤੁਸੀਂ ਆ ਮਹੀਨਾ 'ਚ ਟਰੀ ਪਲਾਂਟ ਕਰਨੇ ਆ। ਕਈ ਜਗ੍ਹਾ ਤੇ ਕੀ ਹੈਲਥ ਅਵੇਅਰਨੈਸ ਦੇ ਪ੍ਰੋਗਰਾਮ ਚੱਲਦੇ ਆ, ਲੋਕਾਂ ਨੂੰ ਹੈਲਥ ਬਾਰੇ ਜਾਗਰੂਕ ਕਰਾਇਆ ਜਾਂਦੇ। ਖਾਸ ਕਰਕੇ ਜੂਨ ਦੇ ਮਹੀਨੇ 'ਚ ਯੋਗਾ ਡੇ ਜਿਸ ਤਰ੍ਹਾਂ ਹੁੰਦਾ ਹੈ ਇੱਥੇ ਕੀ ਹੈਲਥ ਅਵੇਅਰਨੈਸ ਪ੍ਰੋਗਰਾਮ ਚੱਲਦੇ ਆ। ਕਈ ਜਗ੍ਹਾ ਤੇ ਰੋਡ ਸੇਫਟੀ ਪ੍ਰੋਗਰਾਮ ਲਗਾਏ ਜਾਂਦੇ ਕਿ ਬੱਚਿਆਂ ਨੂੰ ਇਹ ਪਤਾ ਹੋਵੇ ਕਿ ਹਾਂ ਸੜਕ ਕਿੱਦਾਂ ਪਾਰ ਕਰਨੀ ਹੈ, ਜਾਂ ਜੋ ਡਰਾਈਵ ਕਰ ਸਕਦਾ ਉਹਨੂੰ ਇਹ ਪਤਾ ਹੋਵੇ ਕਿ ਮੈਂ ਕਿਸ ਲਾਈਨ 'ਚ ਚਲਾਣਾ ਹੈ, ਮੇਰੀ ਪਾਰਕਿੰਗ ਕਿੱਥੇ ਹੋਏਗੀ। ਇਹ ਸਾਰੀ ਚੀਜ਼ਾਂ ਜਾਂ ਫਿਰ ਇਨਵਾਇਰਨਮੈਂਟ ਅਵੇਅਰਨੈਸ ਐਕਟੀਵਿਟੀਜ਼ ਤੁਹਾਡੇ ਸਕੂਲ 'ਚ ਇਦਾਂ ਵਿੱਚੋਂ ਕੋਈ ਚੱਲਦਾ ਹੈ? ਜੇ ਚੱਲਦਾ ਹੈ ਤਾਂ ਤੁਸੀਂ ਮੈਨੂੰ ਦੱਸਣਾ ਕਿ ਹਾਂ ਸਾਡੇ ਸਕੂਲ 'ਚ ਆਹ ਪ੍ਰੋਗਰਾਮ ਚੱਲਦਾ ਹੈ ਤੇ ਉਹਦੇ ਨਾਲ ਕੀ ਫਾਇਦਾ ਹੋ ਰਿਹਾ ਹੈ, ਇਹ ਵੀ ਤੁਸੀਂ ਮੈਨੂੰ ਦੱਸਣਾ ਹੈ। ਨੈਕਸਟ ਹੈਗਾ ਕਮਿਊਨੀਕੇਸ਼ਨ 'ਚ ਕਾਮਨ ਐਰਰ। ਹੁਣ ਕਾਮਨ ਐਰਰ ਆਪਾਂ ਦੇਖਦੇ ਕਿ ਆਪਾਂ ਕੋਈ ਸੈਂਟੈਂਸ ਬੋਲਦੇ ਆ, ਕਈ ਵਾਰ ਆਪਾਂ ਫਟਾਫਟ ਕਈ ਸੈਂਟੈਂਸ ਬੋਲ ਜਾਂਦੇ ਆ, ਤਾਂ ਉਹਦੇ 'ਚ ਕਾਮਨ ਐਰਰ ਕਿਹੜੇ ਹੈਗੇ ਆ, ਕੀ ਬੋਲਣਾ ਚਾਹੀਦਾ ਤੇ ਕੀ ਨਹੀਂ ਬੋਲਣਾ ਚਾਹੀਦਾ, ਕੀ ਨਹੀਂ ਬੋਲਣਾ ਚਾਹੀਦਾ ਤਾਂ ਕਿਉਂ ਨਹੀਂ ਬੋਲਣਾ ਚਾਹੀਦਾ। ਜਿਸ ਤਰ੍ਹਾਂ ਕਿ ਫਰਸਟ ਹੀ ਵਾਸ ਬੋਰਨ ਔਨ ਸੈਪਟੈਂਬਰ 2006, ਇੱਥੇ ਹੀ ਵਾਸ ਬੋਰਨ ਇਨ ਸੈਪਟੈਂਬਰ 2006। ਸੋ ਦੇਖੋ ਹੁਣ ਕਰੈਕਟ ਕੀ ਹੋਏਗਾ? ਕਰੈਕਟ ਹੋਏਗਾ ਹੀ ਵਾਸ ਬੋਰਨ ਇਨ ਸੈਪਟੈਂਬਰ 2006। ਹੁਣ ਜੋ ਔਨ ਹੈ ਇਹ ਕਰੈਕਟ ਕਿਉਂ ਨਹੀਂ ਹੈ? ਕਿਉਂਕਿ ਮਹੀਨਿਆਂ ਦੇ ਨਾਮ ਹੋਣ ਜਾਂ ਸਾਲ ਹੋਵੇ ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ ਇਨ। ਮੰਥਸ ਨੇਮ ਔਰ ਈਅਰ ਅਗਰ ਇੱਥੇ ਹੁੰਦਾ ਹੈ ਕਿ ਹੀ ਵਾਸ ਬੋਰਨ ਇਨ 2006 ਤਦ ਵੀ ਇਨ ਆਣਾ ਸੀਗਾ। ਹਾਂ ਅਗਰ ਕੋਈ ਡੇਟ ਹੁੰਦੀ ਹੀ ਬੋਰਨ on 19th September 2006 ਅਗਰ 19th ਆ ਜਾਂਦਾ ਸਪੋਜ਼ ਤੇ ਫਿਰ ਉੱਥੇ ਆਣਾ ਸੀ on, ਪਰ ਜਿੱਥੇ month and year ਹੈ ਉੱਥੇ ਆਏਗਾ in। ਨੈਕਸਟ ਸਾਡੇ ਕੋਲ she was born in 15th October 2000। she was born on 15th October 2000। ਹੁਣ ਸਾਨੂੰ ਆਪਾਂ ਇੱਥੇ ਡਿਸਕਸ ਕਰ ਚੁੱਕੇ ਹਾਂ on ਕਿੱਥੇ ਆਣਾ ਜਿੱਥੇ ਡੇਟ ਹੈ, ਇਸ ਕਰਕੇ सही की है she was born on 15th October 2000। next ये my birthday is in the same day as hers। my birthday is on the same day as hers। ये मेरा बर्थडे उसी दिन है जिस दिन उसका है। उसका है जो भी दिन है या तारीख है, डे या डेट, ਉਹਦੇ ਲਈ ਆਪਾਂ ਕੀ ਯੂਜ਼ ਕਰ ਸਕਦੇ ਹਾਂ? ਉਹਦੇ ਲਈ ਆਪਾਂ ਯੂਜ਼ ਕਰਦੇ ਹਾਂ on, in ਨਹੀਂ ਯੂਜ਼ ਕਰਦੇ। Next, my teacher told to the student to complete the sums। my teacher told the student to complete the sums। ਹੁਣ ਇੱਥੇ ਕੀ ਹੈ? told ਤੋਂ ਬਾਅਦ to ਆ ਰਿਹਾ। ਜਦੋਂ ਅਸੀਂ told verb ਯੂਜ਼ ਕਰ ਰਹੇ ਹਾਂ ਔਰ ਉਸ ਤੋਂ ਬਾਅਦ ਇੱਕਦਮ ਅਸੀਂ person ਦਾ ਨਾਮ ਯੂਜ਼ ਕਰ ਰਹੇ ਹਾਂ, person ਮਤਲਬ ਕੋਈ noun ਯੂਜ਼ ਕਰ ਰਹੇ ਹਾਂ, ਉਹਦੇ ਵਿੱਚ to
नहीं आना है। तो राइट किए माय टीचर टोल्ड द स्टूडेंट टू कंप्लीट द सम्स। नेक्स्ट ਸਾਡੇ ਕੋਲ ਕੀ ਹੈ I bath every morning before going to school. I take a bath every morning before going to school. ਹੁਣ ਇਹਦੇ ਚ ਸਹੀ ਕੀ ਹੈ I take a bath every morning before going to school. ਕਿਉਂ? ਕਿਉਂਕਿ ਜੋ ਬਾਤ ਹੈ, ਬਾਤ ਕੀ ਹੈ? ਇਹ ਨਾਉਨ ਹੈ, ਇਸ ਕਰਕੇ ਇਹਦੇ ਲਈ take a bath ਕਿ ਰੋਜ਼ ਮੈਂ ਨਹਾਉਂਦਾ ਹਾਂ, ਇਹ ਸਹੀ ਹੈ। नेक्स्ट की our summer vacation are in the corner. Our summer vacations are around the corner. ਜਦੋਂ ਅਸੀਂ ਕਹਿਣਾ ਕਿ ਸਾਡੀ ਜਿਹੜੀ ਗਰਮੀਆਂ ਦੀਆਂ ਛੁੱਟੀਆਂ ਜਲਦੀ ਆਉਣ ਵਾਲੀਆਂ ਨੇ, ਸੋ ਅਸੀਂ ਉੱਥੇ ਕੀ ਕਰਾਂਗੇ around the corner, ਜਲਦੀ ਹੀ ਆਉਣ ਵਾਲਾ ਹੈ। ਨੈਕਸਟ ਕੀ I was born on Mumbai. I was born in Mumbai. ਇੱਥੇ ਕੀ ਮੁੰਬਈ ਇੱਕ ਸ਼ਹਿਰ ਹੈ, ਸ਼ਹਿਰ ਦੇ ਵਿੱਚ ਕਦੇ ਵੀ ਕਿਸੇ ਸਿਟੀ ਦਾ ਨਾਮ ਯੂਜ਼ ਕਰਨਾ ਹੈ ਜਾਂ ਕਿਸੇ ਕੰਟਰੀ ਦਾ ਜਦੋਂ ਤੁਸੀਂ ਯੂਜ਼ ਕਰਨਾ ਹੈ ਉੱਥੇ ਆਏਗਾ in. Next ki are you going to sunbath in the beach? Are you going to sunbath on the beach? ਇੱਥੇ ਕੀ ਆਏਗਾ on the beach. ਕਿਉਂ? ਕਿਉਂਕਿ beach ਕੀ ਹੈ ਰੇਤੀਲਾ ਮੈਦਾਨ, ਉਹਦੇ ਉੱਪਰ ਹੀ ਬੈਠ ਕੇ ਤੁਸੀਂ ਕਰ ਰਹੇ ਹੋ ਨਾ, ਸੋ ਇੱਥੇ ਆਏਗਾ on the beach. Next ਕੀ ਹੈ I built a castle in the beach. I built a castle on the beach. ਇੱਥੇ ਵੀ ਕੀ ਆਏਗਾ ਕੋਈ ਵੀ ਐਕਟੀਵਿਟੀ ਜੋ beach ਤੇ ਹੋ ਰਹੀ ਹੈ ਉਹਦੇ ਲਈ ਆਪਾਂ ਕੀ ਯੂਜ਼ ਕਰਾਂਗੇ on the beach. Next की है I am looking forward for the holidays. I am looking forward to the holidays. इतने की है एक phrase use हो रही है look forward to. phrase पूरी है look forward for नहीं आएगा, look forward to आएगा। तो इस करके ऐसे करांगे इतने I am looking forward to the holidays. Next की है we are planning a trip for Kerala. We are planning trip to Kerala. ਜਦੋਂ ਅਸੀਂ ਕਿਸੇ ਜਗ੍ਹਾ ਦੀ ਗੱਲ ਕਰ ਰਹੇ ਹਾਂ ਨਾ ਤਾਂ ਉੱਥੇ ਲਈ ਅਸੀਂ to ਯੂਜ਼ ਕਰਾਂਗੇ। ਕੇਰਲਾ ਇੱਕ ਜਗ੍ਹਾ ਹੈ, ਉਹਦੇ ਲਈ ਆਪਾਂ ਕੀ ਯੂਜ਼ ਕਰ ਰਹੇ ਹਾਂ to. Next ਹੈ we were tired after the 16-hour bus journey. We were tired after the 16-hour bus journey. ਹੁਣ ਇਹ 'ਚ ਕੀ ਹੈ ਕੋਈ ਫਰਕ ਨਹੀਂ, ਦੇਖੋ we were tired after the 16-hour bus journey. ਫਰਕ ਕੀ ਹੈ hours and hour, और ਕੀ ਹੈ 16 ਤੋਂ ਬਾਅਦ हाइफन लग गया है। ਜਦੋਂ ਵੀ ਕੋਈ दो नाउन जितने दोनों नाउन है आर एंड बस दोनों है इतने की किया 16 तो बाद हाइफन लगा के सिंगुलर नाउन यूज कर लिया सी, ठीक है। सिंगुलर नाउन हाइफन दे नाल दिखाया है, सही है। सो ये साडे कोल सही जो है कि ये वी आर टायर्ड आफ्टर द 16-hour बस जर्नी। आई फॉरगॉट टू टेक माय लंच बॉक्स टू स्कूल एज आई वाज हरिंग। I forgot to take my lunch box to school as I was in hurry. सही किएगा I was in hurry. मैं जल्दी विच सी, इस करके मैं लंच बॉक्स लेना भूल गई। In a hurry की एक एक्सप्रेशन है करके ਅਸੀਂ ਇਹਨੂੰ ਯੂਜ਼ ਕਰਾਂਗੇ। ਆਪਾਂ ਜੋ ਵੀ ਇਤਨਾ ਕੁਝ ਪੜਿਆ ਨਾ ਇਹਦੇ ਚ ਦੋ ਤਿੰਨ ਚੀਜ਼ਾਂ ਜਿਹੜੀਆਂ ਕਿ ਇਨ ਤੁਸੀਂ ਯੂਜ਼ ਕਰਨਾ ਹੈ ਮੰਥ, ਈਅਰ, ਸਿਟੀਜ਼ ਜਾਂ ਕੰਟਰੀ ਵਾਸਤੇ, ਔਰ ਔਨ ਤੁਸੀਂ ਔਨ ਕਾਦੇ ਵਾਸਤੇ ਡੇਜ਼ ਐਂਡ ਡੇਟ, ਠੀਕ ਹੈ। ਉਹਦੇ ਲਈ ਤੁਸੀਂ ਕੀ यूज करना है ऑन। और लुक फॉरवर्ड टू ये की है एक फ्रेज है। अगर तुसी किते ट्रिप जा रहे हो तो वो की होएगा ट्रिप टू। और बीच से कोई भी एक्टिविटी है वो की है वो है ऑन द बीच। ऑन द बीच ही बोली जाएगी, इन द बीच नहीं बोली जाएगी। और बाथ, बाथ जितना है वो की है एक नाउन है, इस करके उसलिए ਅਸੀਂ यूज करते हैं टेक अ बाथ, जाओ नहाओ टेक अ बाथ। नेक्स्ट ਸਾਡੇ ਕੋਲ है ਕਮਿਊਨੀਕੇਸ਼ਨ ਦਾ ਨੈਕਸਟ ਪਾਰਟ ਅ ਵੇ ਵਿਦ ਵਰਡਸ। ਇਹ ਕੁਝ ਵਰਡਸ ਹੈ ਜਿਨ੍ਹਾਂ ਦੇ ਮੀਨਿੰਗ ਜਿਹੜੇ ਆ ਤੁਹਾਨੂੰ ਯਾਦ ਰੱਖਣੇ ਚਾਹੀਦੇ ਆ। ਆਪਾਂ ਵੈਸੇ ਪਹਿਲੇ ਵੀ ਕਰ ਚੁੱਕੇ ਹਾਂ, ਫਿਰ ਵੀ ਆਪਾਂ ਕੀ ਕਰਨਾ ਤੁਸੀਂ ਆਪਣੀ ਵੋਕੈਬਲਰੀ 'ਚ ਐਡ ਕਰਨੇ ਆ। ਜਿਸ ਤਰ੍ਹਾਂ ਕਿ ਆਰਟਫੁਲ, ਕ੍ਰਾਫਟੀ, डिसीटफुल, कनिंग मतलब चलाक या धोखेबाज। आर्टिस्ट की होंदा अ पर्सन हु प्रैक्टिसेस एनी ऑफ आर्ट्स स्पेशली पेंटिंग, खास करके जो पेंटिंग करता है या कोई होर भी जिहदे कोल कला है वो की है वो आर्टिस्ट है। नेक्स्ट है आर्टिस्ट, नहीं आर्टिस्ट है पर आर्टिस्ट बोलते हैं। प्रोफेशनल परफॉर्मर स्पेशली अ सिंगर और डांसर, अगर कोई प्रोफेशनल परफॉर्मेंस दिंदा है, पेशेवर गायक ਜਾਂ ਜੋ ਡਾਂਸਰ ਹੁੰਦੇ ਉਹਨਾਂ ਨੂੰ ਆਰਟਿਸਟ ਕਹਿੰਦੇ ਆ। ਆਰਟਿਸਟਿਕ हैविंग नेचुरल स्किल इन आर्ट, स्किलफुल और टेस्टफुली डन, कि कोई भी बंदा है जिहदे च अंदर कला हैगी, खुद नेचुरल वे च कला आई है। कोई भी चाहे वो बहुत अच्छा कह लो कि पेंटिंग करता है या बहुत अच्छा डांस करता है, कलात्मक या कला प्रेमी कहते हैं। नेक्स्ट आर्टिसन, स्किल्ड मैनुअल वर्कर और क्राफ्ट्समैन, दस्तकार ਜਾਂ ਕਾਰੀਗਰ, स्किल्ड क्राफ्टमैन जिन्हें कोई काम सिक्ख्या हुंदा है। आर्ट वर्क, ग्राफिक मटीरियल इन प्रिंटेड मैटर, कलेक्टिव वर्क्स ऑफ आर्ट, कोई भी कलाकृति है जिदा कोई मूर्ति बनी हुई है, कोई पेंटिंग बनी हुई है, ਉਹਨੂੰ
ਕੀ ਕਹਿੰਦੇ ਆਪਾਂ ਆਰਟਵਰਕ। ਨੈਕਸਟ ਹੈ ਆਰਟੀਫੀਸ਼ੀਅਲ, ਨਾਟ ਨੈਚੁਰਲ, ਜੋ ਕਿ ਅਸਲ ਨਾ ਹੋਵੇ, ਨੇਚਰ ਦਾ ਨਾ ਹੋਵੇ, ਮੇਨ ਮੇਡ ਹੋਵੇ, ਇਨਸਾਨਾਂ ਨੇ ਬਣਾਇਆ ਹੋਵੇ। ਸਮਥਿੰਗ ਦੈਟ ਇਮੀਟੇਟਸ ਨੇਚਰ, ਜੋ ਕਿ ਨੇਚਰ ਨੂੰ ਕਾਪੀ ਕਰ ਰਿਹਾ ਹੋਵੇ, ਉਹਦੇ ਵਰਗਾ ਦਿਖ ਰਿਹਾ ਹੋਵੇ, ਬਣਾਵਟੀ ਹੋਵੇ। ਜਿੱਦਾਂ ਕਿ ਆਰਟੀਫੀਸ਼ੀਅਲ ਫਲਾਵਰਸ ਹੁੰਦੇ ਉਹ ਕਹਿੰਦੇ ਨੇਚਰਲ ਫਲਾਵਰ ਦੀ ਤਰ੍ਹਾਂ ਬਣੇ ਹੁੰਦੇ, ਬਟ ਉਹ ਨੈਚੁਰਲ ਨਹੀਂ ਹੁੰਦੇ ਆ। ਆਰਟੀਫੀਸ਼ੀਅਲ ਇੰਟੈਲੀਜੈਂਸ, ਦ ਯੂਜ਼ ਆਫ ਕੰਪਿਊਟਰਸ ਫॉर ਟਾਸਕ ਨਾਰਮਲੀ ਰਿਕੁਆਇਰਿੰਗ ਹਿਊਮਨ ਇੰਟੈਲੀਜੈਂਸ। ਇਹਨੂੰ ਕਹਿੰਦੇ ਕ੍ਰਿਤਿਮ ਬੁੱਧੀ, AI ਜਿਹਨੂੰ ਆਪਾਂ ਕਹਿੰਦੇ ਆ। ਇਹ ਕੀ ਹੈ ਕਿ ਮਾਡਰਨ ਡਿਵਾਈਸ ਜਿਹੜੇ ਉਹਦੇ ਚ ਅੱਜਕੱਲ ਆਰਟੀਫੀਸ਼ੀਅਲ ਇੰਟੈਲੀਜੈਂਸ ਮਤਲਬ ਹਿਊਮਨ ਦੀ ਇੰਟੈਲੀਜੈਂਸ ਹੁੰਦੀ ਹੈ ਪਰ ਕੰਪਿਊਟਰ ਬੇਸਡ ਹੁੰਦੀ ਹੈ। ਨੈਕਸਟ ਇਹ ਆਰਟਿਲਰੀ, हैविंग गन्स यूजिंग इन लैंड वारफेयर, जो जमीनी युद्ध ਹੁੰਦੇ ਆ ਉਹਦੇ ਚ ਜੋ ਗਨ ਵਗੈਰਾ ਚਾਹੀਦੀ ਹੁੰਦੀ ਹੈ ਉਹ ਸਾਰਾ ਸਮਾਨ ਜਿੱਥੇ ਰੱਖਿਆ ਜਾਂਦਾ ਉਹਨੂੰ ਕੀ ਕਹਿੰਦੇ ਆਪਾਂ ਤੋਪਖਾਨਾ। ਨੈਕਸਟ ਹੈ ਆਰਟੀਕੂਲੇਟ, ਫਲੂਐਂਟ ਐਂਡ ਕਲੀਅਰ ਇਨ ਸਪੀਚ, ਜੋ ਬੋਲਣ ਵਿੱਚ ਸਾਫ਼ ਹੋਵੇ, ਸਪਸ਼ਟ ਤੇ ਪ੍ਰਭਾਵਸ਼ਾਲੀ ਢੰਗ ਨਾਲ ਬੋਲਣ ਵਾਲਾ। ਲਾਸਟ ਹੈ ਆਰਟੀਫੀਸ਼ੀਅਲ ਰੈਸਪੀਰੇਸ਼ਨ। ਆਰਟੀਫੀਸ਼ੀਅਲ ਰੈਸਪੀਰੇਸ਼ਨ, ਆਰਟੀਫੀਸ਼ੀਅਲ ਮੀਨਸ ਨਕਲੀ, ਰੈਸਪੀਰੇਸ਼ਨ ਮਤਲਬ ਸਾਹ ਦੀ ਕਿਰਿਆ। ਬਰੀਥਿੰਗ ਵਿਦ ਦ ਹੈਲਪ ਆਫ ਮਸ਼ੀਨ, ਜਦੋਂ ਮਸ਼ੀਨ ਦੀ ਸਹਾਇਤਾ ਨਾਲ ਸਾਹ ਦਵਾਏ ਜਾਂਦੇ ਉਹਨੂੰ ਕਹਿੰਦੇ ਆ ਆਰਟੀਫੀਸ਼ੀਅਲ ਰੈਸਪੀਰੇਸ਼ਨ। ਸੋ ਇਹਦੇ ਨਾਲ ਹੀ ਇਹ ਬੈਕ ਐਕਸਰਸਾਈਜ਼ ਖਤਮ ਹੋ ਗਈ ਹੈ। ਨੈਕਸਟ ਕਲਾਸ ਚ ਆਪਾਂ ਇਸ ਚੈਪਟਰ ਨੂੰ ਵਰਕਬੁੱਕ ਚ ਪੜਾਂਗੇ ਤੇ ਆਪਾਂ ਮਿਲਦੇ ਹਾਂ ਫਿਰ ਨੈਕਸਟ ਕਲਾਸ ਚ। ਟਿਲ ਦੈਨ ਥੈਂਕ ਯੂ ਫॉर ਵਾਚਿੰਗ, ਲਾਈਕ ਐਂਡ ਸਬਸਕ੍ਰਾਈਬ, ਬਾਏ ਬਾਏ।